ਲਾਰੈਂਸ ਬਿਸ਼ਨੋਈ ਉਹ ਨਾਂ ਜਿਸ ਨੂੰ ਕਿ ਉੱਤਰ ਭਾਰਤ ਦੇ ਅੰਡਰਵਰਲਡ ਸਰਕਟ ਦੇ ਵਿੱਚ ਇੱਕ ਬਹੁਤ ਹੀ ਖਤਰਨਾਕ ਨਾਮ ਮੰਨਿਆ ਜਾਂਦਾ ਹੈ। ਰਾਜਸਥਾਨ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਇਹ ਲਾਰੈਂਸ ਬਿਸ਼ਨੋਈ ਬੀਤੇ ਤਕਰੀਬਨ 5-6 ਸਾਲਾਂ ਤੋਂ ਬੰਦ ਹੈ। ਫਿਲਹਾਲ ਇਸ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਰੀਸੈਂਟਲੀ ਸ਼ਿਫਟ ਕੀਤਾ ਗਿਆ ਹੈ। ਉੱਤਰ ਭਾਰਤ ਦੇ ਵਿੱਚ ਜਦੋਂ ਵੀ ਕੋਈ ਘਟਨਾ ਹੁੰਦੀ ਹੈ, ਚਾਹੇ ਉਹ ਘਟਨਾ ਹਰਿਆਣਾ ਵਿੱਚ ਹੋਵੇ, ਪੰਜਾਬ ਵਿੱਚ ਹੋਵੇ, ਰਾਜਸਥਾਨ ਵਿੱਚ ਹੋਵੇ ਜਾਂ ਫਿਰ ਦਿੱਲੀ ਵਿੱਚ ਹੋਵੇ, ਲਾਰੈਂਸ ਬਿਸ਼ਨੋਈ ਦੀ ਭਾਲ ਪੁਲਿਸ ਨੂੰ ਰਹਿੰਦੀ ਹੈ। ਚਾਹੇ ਉਹ ਫਰੀਦਕੋਟ ਦੇ ਵਿੱਚ ਗੁਰਲਾਲ ਪਹਿਲਵਾਨ ਦਾ ਮਰਡਰ ਹੋਵੇ, ਚੰਡੀਗੜ੍ਹ ਦੇ ਵਿੱਚ ਸੋਨੂ ਸ਼ਾਹ ਦਾ ਮਰਡਰ ਹੋਵੇ ਜਾਂ ਫਿਰ ਛਤਰਸਾਲ ਸਟੇਡੀਅਮ ਦੇ ਵਿੱਚ ਸੁਸ਼ੀਲ ਕੁਮਾਰ ਪਹਿਲਵਾਨ ਓਲੰਪੀਅਨ ਸੁਸ਼ੀਲ ਕੁਮਾਰ ਦੀ ਉਹ ਲੜਾਈ, ਉਹ ਝਗੜਾ ਜਿਸ ਵਿੱਚ ਕਿ ਇੱਕ ਹੋਰ ਪਹਿਲਵਾਨ ਦੀ ਮੌਤ ਹੋ ਜਾਂਦੀ ਹੈ, ਤਨਕੜ ਦੀ ਮੌਤ ਹੋ ਜਾਂਦੀ ਹੈ। ਇਹ तमाम ਐਸੇ ਕੇਸ ਹੁੰਦੇ ਨੇ ਜਿਸ ਵਿੱਚ ਕਿ ਇੱਕ ਅਪਰਾਧੀ, ਇੱਕ ਗੈਂਗਸਟਰ ਮੋਸਟ ਵਾਂਟਡ ਰਹਿੰਦਾ ਹੈ ਤੇ ਉਸ ਦੀ ਭਾਲ ਵਿੱਚ ਇਹ ਸਾਰੇ ਜਿਹੜੇ ਸੂਬੇ ਹੈਗੇ ਨੇ, ਇਹਨਾਂ ਦੀ ਪੁਲਿਸ ਹੈ ਪ੍ਰੋਡਕਸ਼ਨ ਰਿਮਾਂਡ ਉੱਤੇ ਇੱਕ ਹੀ ਗੈਂਗਸਟਰ ਦੀ ਭਾਲ ਕਰਦੀ ਹੈ, ਉਹ ਹੁੰਦਾ ਹੈ ਲਾਰੈਂਸ ਬਿਸ਼ਨੋਈ। ਇਸ ਤੋਂ ਪਹਿਲਾਂ ਸਲਮਾਨ ਖਾਨ ਨੂੰ ਜੇ ਕੋਈ ਮਾਰਨ ਦੀ ਧਮਕੀ ਦੇਸ਼ ਵਿੱਚ ਦਿੰਦਾ ਹੈ ਤੇ ਕਹਿੰਦਾ ਵੀ ਇਸੀ ਜੋਧਪੁਰ ਦੀ ਅਦਾਲਤ ਜਿੱਥੇ ਕਿ ਸਲਮਾਨ ਖਾਨ ਦੀ ਕਾਲੇ ਹਿਰਨ ਦੇ ਸ਼ਿਕਾਰ ਦੇ ਮਾਮਲੇ ਵਿੱਚ ਪੇਸ਼ੀਆਂ ਹੋ ਰਹੀਆਂ ਹੁੰਦੀਆਂ ਨੇ, ਉਸੇ ਥਾਂ ਉਸੇ ਸ਼ਹਿਰ ਦੇ ਵਿੱਚ ਉਸਦਾ ਕੋਈ ਕਤਲ ਕਰੇਗਾ ਤਾਂ ਉਹ ਲਾਰੈਂਸ ਬਿਸ਼ਨੋਈ ਕਰੇਗਾ। ਇਸ ਚੀਜ਼ ਦੀਆਂ ਧਮਕੀਆਂ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਲਾਰੈਂਸ ਬਿਸ਼ਨੋਈ ਦੀ ਜਿਹੜੀ ਤੂਤੀ ਬੋਲ ਲੈਂਦੀ ਹੈ, ਜਾਂ ਕਹਿ ਸਕਦੇ ਹਾਂ ਅੰਡਰਵਰਲਡ ਦੇ ਵਿੱਚ ਉਹਦਾ ਜਿਹੜਾ ਸਿੱਕਾ ਹੈ ਉਹ ਹੋਰ ਜੰਮ ਜਾਂਦਾ ਹੈ। ਲੇਕਿਨ ਕੌਣ ਹੈ ਲਾਰੈਂਸ ਬਿਸ਼ਨੋਈ, ਇਸ ਨੂੰ ਸਮਝਣਾ ਜ਼ਰੂਰੀ ਹੈ ਕਿਉਂਕਿ ਇਸ ਦੇ ਤਾਰ ਮੈਂ ਤੁਹਾਨੂੰ ਦੱਸ ਦਵਾਂ ਵੀ ਲਾਰੈਂਸ ਬਿਸ਼ਨੋਈ ਜਿੱਡਾ ਵੱਡਾ ਨਾਂ ਇਸ ਵਕਤ ਉੱਤਰ ਭਾਰਤ ਦੇ ਖਾਸ ਕਰਕੇ ਦਿੱਲੀ, NCR, ਰਾਜਸਥਾਨ ਤੇ ਹਰਿਆਣਾ ਦੇ ਸਰਕਟ ਦੇ ਵਿੱਚ ਹੈ, ਉਸ ਦੀਆਂ ਇੰਨੀਆਂ ਵਾਰਦਾਤਾਂ ਪੰਜਾਬ ਦੇ ਵਿੱਚ ਨਹੀਂ ਹੈਗੀਆਂ ਨੇ। ਚੰਡੀਗੜ੍ਹ ਦੇ ਵਿੱਚ ਬੀਤੇ ਸਾਲਾਂ ਦੇ ਵਿੱਚ ਕੁਝ ਐਸੀਆਂ ਬਹੁਤ ਵੱਡੀਆਂ ਵਾਰਦਾਤਾਂ ਹੋਈਆਂ ਜਿਸ ਵਿੱਚ ਕਿ ਬਤੌਰ ਮੁਲਜ਼ਮ ਉਸ ਨੂੰ ਸ਼ਾਮਲ ਕੀਤਾ ਗਿਆ, ਉਸ ਦੇ ਖਿਲਾਫ ਕਤਲ ਦੇ ਮਾਮਲਿਆਂ ਦੇ ਵਿੱਚ ਵੀ ਚਾਰਜਸ਼ੀਟ ਦਾਇਰ ਕੀਤੀ ਗਈ। ਬਿਸ਼ਨੋਈ ਦਾ ਜਿਹੜਾ ਉਭਾਰ ਹੈ ਅੰਡਰਵਰਲਡ, ਉਸ ਫਿਨੋਮੀਨਨ ਨੂੰ ਸਮਝਣਾ ਥੋੜਾ ਜ਼ਰੂਰੀ ਮੈਂ ਇਸ ਵਾਸਤੇ ਮੰਨਦਾ ਕਿਉਂਕਿ ਲਾਰੈਂਸ ਬਿਸ਼ਨੋਈ DAV ਕਾਲਜ ਚੰਡੀਗੜ੍ਹ ਸੈਕਟਰ 10 DAV ਕਾਲਜ ਦਾ ਇੱਕ ਪੜ੍ਹਨ ਲਿਖਣ ਵਾਲਾ ਨੌਜਵਾਨ ਹੁੰਦਾ ਸੀ। ਹਾਲਾਂਕਿ ਗੁੰਡਾਗਰਦੀ, ਬਦਮਾਸ਼ੀ ਦੇ ਵਿੱਚ ਸ਼ੁਰੂ ਤੋਂ ਹੀ ਇਸ ਦਾ ਜਿਹੜਾ ਪੂਰਾ ਧਿਆਨ ਹੁੰਦਾ ਸੀ ਤੇ ਬਹੁਤ ਸਾਰੀਆਂ ਐਸੀਆਂ ਹਰਕਤਾਂ ਕਰਦਾ ਰਹਿੰਦਾ ਸੀ ਜਦੋਂ ਕਿ ਇਸਨੇ ਆਪਣੇ ਮਾਪਿਆਂ ਲਈ ਵੀ ਔਕੜਾਂ ਮੁਸੀਬਤਾਂ ਖੜੀਆਂ ਕੀਤੀਆਂ। ਇੱਕ ਚੰਗੇ ਪਰਿਵਾਰ 'ਚੋਂ ਸੀ, ਪਰਿਵਾਰ ਦੀ ਜ਼ਮੀਨ ਸੀ, ਜ਼ਿਮੀਂਦਾਰ ਪਰਿਵਾਰ ਤੋਂ ਸੀ, ਕੋਈ ਐਸੀ ਪੈਸੇ ਦੀ ਕਮੀ ਨਹੀਂ ਸੀ। ਸੋ ਵੈਲ ਆਫ ਫੈਮਿਲੀ ਦੇ ਵਿੱਚੋਂ ਲਾਰੈਂਸ ਬਿਸ਼ਨੋਈ ਆਉਂਦਾ ਹੈ ਤੇ ਚੰਡੀਗੜ੍ਹ ਦੇ ਵਿੱਚ ਜਿਵੇਂ ਕਿ ਮਾਲਵੇ ਦੇ ਐਸੇ ਬਹੁਤ ਸੇ ਪਰਿਵਾਰ ਹੁੰਦੇ ਨੇ ਜੋ ਕਿ ਆਪਣੇ ਬੇਟਿਆਂ ਨੂੰ, ਨੌਜਵਾਨਾਂ ਨੂੰ ਚੰਡੀਗੜ੍ਹ ਦੇ ਵਿੱਚ ਸਿੱਖਿਆ ਲੈਣ ਲਈ ਜਾਂ ਇੱਕ ਵਧੀਆ ਮਾਹੌਲ ਦੇਣ ਲਈ ਭੇਜਦੇ ਨੇ, ਜਿਵੇਂ ਕਿ ਰੌਕੀ ਫਾਜ਼ਿਲਕਾ ਦੇ ਮਾਪਿਆਂ ਨੇ ਉਸ ਨੂੰ ਭੇਜਿਆ ਸੀ। ਉਸੇ ਤਰੀਕੇ ਨਾਲ ਲਾਰੈਂਸ ਬਿਸ਼ਨੋਈ ਵੀ ਸੈਕਟਰ 10 DAV ਕਾਲਜ ਦੇ ਵਿੱਚ ਪੜ੍ਹਨ ਆਉਂਦਾ ਹੈ। ਇਹ ਦੱਸਦੇ ਵੀ ਸਟੂਡੈਂਟ ਆਰਗੇਨਾਈਜੇਸ਼ਨ ਆਫ ਪੰਜਾਬ ਯੂਨੀਵਰਸਿਟੀ ਸੋਪੂ ਨਾਂ ਦੀ ਜਿਹੜੀ ਜਥੇਬੰਦੀ ਹੈ, ਸਟੂਡੈਂਟ ਜਥੇਬੰਦੀ, ਉਸ ਦੇ ਲੀਡਰ ਦੇ ਰੂਪ ਵਿੱਚ ਲਾਰੈਂਸ ਬਿਸ਼ਨੋਈ ਦਾ ਉਭਾਰ ਹੁੰਦਾ ਹੈ DAV ਲੈਵਲ ਤੇ, ਕਿਉਂਕਿ SOPU ਨੂੰ ਦਇਆਲ ਪ੍ਰਤਾਪ ਸਿੰਘ ਰੰਧਾਵਾ ਹੋਣਾ ਵੱਲੋਂ ਸਾਲ 1998 ਦੇ ਵਿੱਚ ਲਾਂਚ ਕੀਤਾ ਗਿਆ ਸੀ। ਪੰਜਾਬ ਯੂਨੀਵਰਸਿਟੀ ਦੇ ਵਿੱਚ ਪੂਸੂ ਦੇ ਖਿਲਾਫ, ਯਾਨੀ ਕਿ ਕੁਲਜੀਤ ਨਾਗਰਾ ਹੋਣਾ ਦੀ ਧਿਰ ਦੇ ਖਿਲਾਫ ਉਸ ਨੂੰ ਟੱਕਰ ਦੇਣ ਲਈ SOPU ਦਾ ਗਠਨ ਕੀਤਾ ਗਿਆ ਸੀ। ਇੱਕ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ SOPU ਨੇ ਪਹਿਲੇ ਆਪਣੇ 2 ਸਾਲਾਂ 1998 ਤੋਂ ਲੈ ਕੇ 2000 ਤੱਕ ਜਲਵਾ ਦਿਖਾਇਆ। ਚੋਣਾਂ ਵਿੱਚ ਜੇਤੂ ਰਹੀ ਤੇ ਕੁਲਜੀਤ ਸਿੰਘ ਨਾਗਰਾ ਨੂੰ ਉਹਨਾਂ ਨੇ ਸਟੂਡੈਂਟ ਪੋਲਿਟਿਕਸ 'ਚੋਂ ਬਾਹਰ ਕਰਤਾ। ਉਹਨਾਂ ਦੀ ਉਮਰ ਵੀ ਕਾਫੀ ਹੋ ਚੁੱਕੀ ਸੀ, ਜਿਸ ਤੋਂ ਬਾਅਦ ਕਿ ਉਹ ਸਟੇਟ ਪੋਲਿਟਿਕਸ ਦੇ ਵਿੱਚ ਪੰਜਾਬ ਦੇ ਵਿੱਚ ਆ ਗਏ ਤੇ ਹੁਣ ਵਰਕਿੰਗ ਪ੍ਰੈਜ਼ੀਡੈਂਟ ਹੈਗੇ ਨੇ। ਲੇਕਿਨ SOPU ਲਈ ਅਗਲੇ ਕੁਝ ਸਾਲ ਚੁਣੌਤੀਆਂ ਭਰੇ ਸਨ। ਉਸੇ ਦੌਰ ਦੇ ਵਿੱਚ ਤਕਰੀਬਨ ਲੇਟ 2008 ਦੇ ਆਸ-ਪਾਸ SOPU ਇੱਕ ਵਾਰ ਦੁਬਾਰਾ ਉੱਠਣੀ ਸ਼ੁਰੂ ਹੁੰਦੀ ਹੈ। ਪੂਸੂ ਦੇ ਨਾਲ ਉਸ ਦਾ ਮੁਕਾਬਲਾ ਹੁੰਦਾ ਹੈ ਤੇ ਚੰਡੀਗੜ੍ਹ ਦੇ ਵੱਖ-ਵੱਖ ਕਾਲਜਾਂ ਦੇ ਵਿੱਚ, ਕੱਲੀ ਯੂਨੀਵਰਸਿਟੀ ਇਲੈਕਸ਼ਨ ਦੀ ਗੱਲ ਨਹੀਂ ਸੀ, ਚੰਡੀਗੜ੍ਹ ਦੇ ਵੱਖ-ਵੱਖ ਕਾਲਜਾਂ ਦੇ ਵਿੱਚ, ਜਿਨ੍ਹਾਂ ਵਿੱਚੋਂ DAV ਕਾਲਜ, ਖਾਲਸਾ ਕਾਲਜ, ਗਵਰਨਮੈਂਟ ਕਾਲਜ, ਇਹਨਾਂ ਦੇ ਵਿੱਚ ਵੀ ਜਿਹੜੀ ਪਾਰਟੀ ਇਕਾਈਆਂ ਸਨ ਉਹਨਾਂ ਨੂੰ ਮਜ਼ਬੂਤ ਕੀਤੇ ਜਾਣ ਦਾ ਸਿਲਸਿਲਾ ਜਾਰੀ ਸੀ। ਇਸੇ ਦੌਰ ਦੇ ਵਿੱਚ ਸਾਲ 2009-10 ਦੇ ਆਸ-ਪਾਸ ਲਾਰੈਂਸ ਬਿਸ਼ਨੋਈ DAV ਕਾਲਜ ਆਉਂਦਾ ਹੈ, ਜਿੱਥੋਂ ਕਿ ਉਹ ਆਪਣੀ ਪੜ੍ਹਾਈ ਸ਼ੁਰੂ ਕਰਦਾ ਹੈ। ਲੇਕਿਨ ਪੜ੍ਹਾਈ ਤੋਂ ਜ਼ਿਆਦਾ ਉਸ ਦਾ ਧਿਆਨ ਲੜਾਈ ਝਗੜਿਆਂ, ਮਾਰ ਕੁਟਾਈ ਵੱਲ ਹੁੰਦਾ ਹੈ। ਇੱਕ ਮੁੱਛ ਦੀ ਲੜਾਈ ਵੀ ਹੁੰਦੀ ਹੈ। ਇੱਕ ਚੰਗੇ ਦਿੱਖ ਦਾ, ਇੱਕ ਚੰਗੇ ਡੀਲ ਡੋਲ ਵਾਲਾ ਇਹ ਸ਼ਖਸ ਹੁੰਦਾ ਹੈ। ਸ਼ਕਲ ਇਸ ਦੀ ਜਿਹੜੀ ਹੈਗੀ ਹੈ, ਚਿਹਰਾ ਹੈ, ਉਹ ਇੱਕ ਚੌਕਲੇਟੀ ਹੀਰੋ ਵਾਂਗ ਲੱਗਦਾ ਹੈ। ਤੁਸੀਂ ਇਸ ਨੂੰ ਦੇਖ ਕੇ ਕਹਿ ਨਹੀਂ ਸਕਦੇ ਹੋ ਜਿੱਡਾ ਵੱਡਾ ਲਾਰੈਂਸ ਬਿਸ਼ਨੋਈ ਦਾ ਨਾਂ ਹੈ ਤੇ ਜਿੱਡੀਆਂ ਵੱਡੀਆਂ ਵਾਰਦਾਤਾਂ ਦੇ ਵਿੱਚ ਲਾਰੈਂਸ ਬਿਸ਼ਨੋਈ ਦਾ ਨਾਂ ਬੋਲਦਾ ਹੈ। ਜੇ ਉਹ ਵਾਰਦਾਤਾਂ ਮੈਂ ਤੁਹਾਨੂੰ ਸਿਲਸਿਲੇਵਾਰ ਢੰਗ ਨਾਲ ਦੱਸਾਂਗਾ ਤੇ ਜੇ ਉਸ ਦੀ ਫੋਟੋ ਸਾਹਮਣੇ ਰੱਖ ਲਈ ਜਾਏ ਤਾਂ ਨੋਬਡੀ ਕੈਨ ਬਿਲੀਵ ਕਿ ਲਾਰੈਂਸ ਬਿਸ਼ਨੋਈ ਇਸ ਪੱਧਰ ਦੀਆਂ ਵਾਰਦਾਤਾਂ ਵੀ ਅੰਜਾਮ ਦੇ ਸਕਦਾ ਹੈ ਜਾਂ ਦਵਾ ਸਕਦਾ ਹੈ। ਲੇਕਿਨ ਸਭ ਤੋਂ ਵੱਡੀ ਆਇਰੋਨਿਕਲ ਤੇ ਤਰਾਸਦੀ ਵਾਲੀ ਗੱਲ ਇਹੀ ਹੈ ਵੀ ਇਹ ਬਹੁਤ ਹੀ ਖੂਬਸੂਰਤ ਦਿਖਣ ਵਾਲਾ ਨੌਜਵਾਨ ਜਿਹੜਾ ਹੈ, ਚੰਗੇ ਡੀਲ ਡੋਲ ਵਾਲਾ, ਪੜ੍ਹੇ ਲਿਖੇ ਤੇ ਇੱਕ ਚੰਗੇ ਪਰਿਵਾਰ 'ਚੋਂ ਆਂਦਾ ਤੇ ਖੁਦ ਪੜ੍ਹਾਈ ਲਿਖਾਈ ਪੱਖੋਂ ਵੀ ਇੱਕ ਬਿਹਤਰ ਦਿਸ਼ਾ ਵੱਲ ਜਾਣ ਵਾਲਾ ਨੌਜਵਾਨ ਕਿਸ ਤਰੀਕੇ ਨਾਲ ਅੰਡਰਵਰਲਡ ਦੇ ਵਿੱਚ ਲੈਂਡ ਕੀਤਾ, ਇਸ ਦੀ ਕਹਾਣੀ ਜਿਹੜੀ ਹੈ ਉਸ ਦੀ ਸ਼ੁਰੂਆਤ ਦੀ ਗੱਲ ਕਰਾਂਗਾ। ਤੇ ਅੱਜ ਦੇ ਭਾਗ ਦੇ ਵਿੱਚ ਮੈਂ 2 ਡਬਲ ਮਰਡਰਸ ਦੀ ਗੱਲ ਕਰਾਂਗਾ। ਇੱਕ ਡਬਲ ਮਰਡਰ ਹੁੰਦਾ 2015 ਦੇ ਵਿੱਚ ਤੇ ਦੂਸਰਾ ਡਬਲ ਮਰਡਰ ਹੁੰਦਾ 2020 ਦੇ ਵਿੱਚ। ਇਹ ਦੋਵੇਂ ਡਬਲ ਮਰਡਰਸ ਦੇ ਵਿੱਚ ਲਾਰੈਂਸ ਬਿਸ਼ਨੋਈ ਇੱਕ ਸਟੂਡੈਂਟ ਲੀਡਰਸ ਜਾਂ ਗੁੰਡਾਗਰਦੀ ਕਰਨ ਵਾਲੇ ਇੱਕ ਸਾਧਾਰਨ ਜੇ ਨੌਜਵਾਨ ਤੋਂ
ਉੱਭਰ ਕੇ ਦੇਸ਼ ਦੇ ਸਭ ਤੋਂ ਨਾਮਚੀਨ ਗੈਂਗਸਟਰਾਂ ਦੇ ਵਿੱਚੋਂ ਜਾਂ ਡੌਨਸ ਦੇ ਵਿੱਚੋਂ ਕਿਵੇਂ ਸ਼ਾਮਲ ਹੋ ਜਾਂਦਾ ਹੈ, ਕਿਵੇਂ ਬੀਤੇ 6 ਸਾਲਾਂ ਤੋਂ ਰਾਜਸਥਾਨ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਹੋਣ ਦੇ ਬਾਵਜੂਦ ਵੀ ਜੇਲ੍ਹਾਂ ਦੇ ਵਿੱਚੋਂ ਹੀ ਉਸਦੇ ਐਕਸਟੋਰਸ਼ਨ ਤੇ ਪ੍ਰੋਟੈਕਸ਼ਨ ਮਨੀ ਵਸੂਲਣ ਦੇ ਰੈਕਟ ਚੱਲਦੇ ਨੇ, ਕਿਵੇਂ ਉਹ ਬਹੁਤ ਵੱਡੇ ਕਾਂਡ ਤੇ ਹੱਤਿਆਵਾਂ ਨੂੰ ਜੇਲ੍ਹ ਦੇ ਵਿੱਚ ਬੈਠ ਕੇ ਅੰਜਾਮ ਦਵਾ ਪਾ ਰਿਹਾ ਹੈ। ਇਹ ਆਪਣੇ ਆਪ ਦੇ ਵਿੱਚ ਕਿਸੇ ਦੀ ਵੀ ਸਮਝ ਤੋਂ ਬਾਹਰ ਹੈ ਤੇ ਲਾਰੈਂਸ ਬਿਸ਼ਨੋਈ ਉਹਦਾ ਦੋਸ਼ੀ ਹੈ ਤਾਂ ਮੈਨੂੰ ਲੱਗਦਾ ਉਹ ਜੇਲ੍ਹਾਂ ਦੇ ਜਿਹੜੇ ਜੇਲ੍ਹ ਸੁਪਰਡੈਂਟ ਹੈਗੇ ਨੇ ਜਾਂ ਉਹ ਜੇਲ੍ਹਾਂ ਦੇ ਜਿਹੜੇ ਹੀ ਕਰਤਾ ਧਰਤਾ ਹੈਗੇ ਨੇ ਉਹ ਜ਼ਿਆਦਾ ਵੱਡੇ ਦੋਸ਼ੀ ਇਹਨਾਂ ਵਾਰਦਾਤਾਂ ਵਿੱਚ ਹੋਣੇ ਚਾਹੀਦੇ ਨੇ। ਬਹਰਹਾਲ ਇਸ ਨੂੰ ਥੋੜ੍ਹਾ ਜਿਹਾ ਬਾਅਦ ਵਿੱਚ ਲਾਂਗੇ, ਲੇਕਿਨ ਮੈਂ ਜ਼ਿਕਰ ਕੀਤਾ ਸੀ 2010 ਦੇ ਵਿੱਚ ਲਾਰੈਂਸ ਬਿਸ਼ਨੋਈ ਜਦੋਂ ਕਿ DAV ਕਾਲਜ ਸਟੂਡੈਂਟ ਯੂਨੀਅਨ ਜਿਹੜੀ ਹੁੰਦੀ ਹੈ ਉਸ ਦੇ ਪ੍ਰਧਾਨ ਜਾਂ ਕਾਉਂਸਲ ਦੇ ਪ੍ਰਧਾਨ ਚੁਣੇ ਜਾਂਦੇ ਨੇ। SOPU ਨੂੰ ਉਹ ਇਹਨਾਂ ਚੋਣਾਂ ਦੇ ਵਿੱਚ ਜਿੱਤ ਦਵਾਈ ਹੁੰਦੀ ਹੈ। ਉਹ ਸਮਾਂ ਹੁੰਦਾ ਜਦੋਂ ਕਿ ਕਾਲਜਾਂ ਦੀ ਪ੍ਰਧਾਨੀ ਬਹੁਤ ਵੱਡਾ ਇੱਕ ਰੁਤਬਾ ਵੀ ਹੋਇਆ ਕਰਦੀ ਸੀ, ਅੱਜ ਦੀ ਤਰੀਕ ਦੇ ਵਿੱਚ ਵੀ ਹੈ। ਸੋ ਉਸੇ ਤਹਿਤ ਲਾਰੈਂਸ ਬਿਸ਼ਨੋਈ ਤੇ ਬਾਅਦ ਦੇ ਵਿੱਚ ਸੰਪਤ ਨਹਿਰਾ ਜੋ ਕਿ ਉਹਨਾਂ ਦੇ ਇੱਕ ਹੋਰ ਸ਼ਾਰਪ ਸ਼ੂਟਰ ਦੇ ਰੂਪ ਵਿੱਚ ਜਾਂ ਉਹਨਾਂ ਦੇ ਇੱਕ ਖਾਸ ਗੈਂਗਸਟਰ ਦੇ ਰੂਪ ਵਿੱਚ ਉੱਭਰੇ, ਉਹ ਵੀ DAV ਕਾਲਜ ਦੀ ਯੂਨੀਅਨ ਦੇ ਜਾਂ ਕਹਿ ਲਈਏ ਕਾਉਂਸਲ ਜਿਹੜੀ ਹੁੰਦੀ ਹੈ ਉਸ ਵਿੱਚ ਜਿੱਤ ਕੇ ਪ੍ਰਧਾਨ ਬਣੇ ਸਨ। ਸੋ ਸਟੂਡੈਂਟ ਪੋਲਿਟਿਕਸ ਤੋਂ ਵਿੱਚੋਂ ਇਹਨਾਂ ਦਾ ਉਭਾਰ ਹੁੰਦਾ ਹੈ। ਛੋਟੇ-ਮੋਟੀ ਵਾਰਦਾਤਾਂ ਘਟਨਾਵਾਂ ਯਾਰਾਂ ਦੋਸਤਾਂ ਦੇ ਨਾਲ ਮਿਲ ਕੇ ਥੋੜੀ ਬਹੁਤ ਗੁੰਡਾਗਰਦੀ ਕਰ ਦੇਣੀ, ਲੋਕਾਂ ਦੀ ਜ਼ਮੀਨਾਂ ਉੱਤੇ ਕਬਜ਼ੇ ਕਰਨ ਦੀ ਕੋਸ਼ਿਸ਼ ਕਰਨੀ, ਲੋਕਾਂ ਦੀ ਕੋਠੀਆਂ ਦੇ ਉੱਤੇ ਕਬਜ਼ਾ ਕਰਨਾ, ਇਸ ਤਰੀਕੇ ਦੀਆਂ ਵਾਰਦਾਤਾਂ ਦੇ ਵਿੱਚ ਲਾਰੈਂਸ ਬਿਸ਼ਨੋਈ ਦਾ ਨਾਂ ਆਉਣਾ ਸ਼ੁਰੂ ਹੋ ਚੁੱਕਾ ਹੁੰਦਾ ਹੈ। ਉਸ ਉੱਤੇ ਕੁਝ ਪਰਚੇ ਵੀ ਦਰਜ ਹੋਏ ਹੁੰਦੇ ਨੇ। ਜ਼ਿਆਦਾਤਰ ਇਹਨਾਂ ਪਰਚਿਆਂ ਦੀ ਜਿਹੜੀ ਨੇਚਰ ਹੁੰਦੀ ਹੈ ਉਹ ਕ੍ਰਿਮੀਨਲ ਟ੍ਰੈਸਪਾਸਿੰਗ ਦੀ ਹੁੰਦੀ ਹੈ ਜਾਂ ਫਿਰ ਕਿਸੇ ਨੂੰ ਧਮਕਾਉਣ ਦੀ ਹੁੰਦੀ ਹੈ ਜਾਂ ਫਿਰ ਕਿਸੇ ਦੇ ਨਾਲ ਮਾਰ ਕੁਟਾਈ ਦੀ ਹੁੰਦੀ ਹੈ। ਕੋਈ ਸੀਰੀਅਸ ਆਫੈਂਸਿਸ ਉਸ ਤਰੀਕੇ ਦੇ ਨਹੀਂ ਹੁੰਦੇ ਕਿਉਂਕਿ ਇੱਕ ਸਟੂਡੈਂਟ ਵੀ ਹੁੰਦਾ ਹੈ ਤੇ ਪੁਲਿਸ ਨੇ ਜਾਂ ਜਿਹੜੀ ਸਰਕਾਰ ਹੈ ਉਸਨੇ ਵੀ ਧਿਆਨ ਵਿੱਚ ਰੱਖਣਾ ਹੁੰਦਾ ਹੈ ਕਿ ਮੁੰਡੇ ਖੁੰਡੇ ਜਿਹੜੇ ਕਾਲਜਾਂ ਯੂਨੀਵਰਸਿਟੀਆਂ ਦੇ ਨੇ ਲੜਦੇ ਰਹਿੰਦੇ ਨੇ, ਸੋ ਜ਼ਿਆਦਾ ਸੀਰੀਅਸ ਮੁਕੱਦਮੇ ਨਾ ਬਣਾਏ ਜਾਣ। ਲਾਰੈਂਸ ਬਿਸ਼ਨੋਈ ਜੇਲ੍ਹ ਵਿੱਚ ਚੱਲ ਰਿਹਾ ਹੁੰਦਾ ਹੈ। 2015 ਦਾ ਸਾਲ ਆ ਜਾਂਦਾ ਹੈ ਜਦੋਂ ਕਿ ਇੱਕ ਹੋਰ ਵੱਡੀ ਘਟਨਾ ਨੇ ਵਾਪਰਨਾ ਹੁੰਦਾ ਹੈ। ਇਹ ਘਟਨਾ ਉਹ ਘਟਨਾ ਹੁੰਦੀ ਹੈ ਜੋ ਕਿ ਲਾਰੈਂਸ ਬਿਸ਼ਨੋਈ ਦੀ ਜ਼ਿੰਦਗੀ ਦਾ ਇੱਕ ਟਰਨਿੰਗ ਪੁਆਇੰਟ ਹੁੰਦਾ ਹੈ। ਸੰਗਰੀਆ ਇੱਕ ਸ਼ਹਿਰ ਦੱਸਿਆ ਜਾਂਦਾ ਹੈ, ਟਾਊਨ ਹੈ, ਰਾਜਸਥਾਨ ਦਾ ਹੈ। ਪੰਜਾਬ ਅਤੇ ਰਾਜਸਥਾਨ, ਹਰਿਆਣਾ ਪੰਜਾਬ ਰਾਜਸਥਾਨ ਬਾਰਡਰ ਦੇ ਬਿਲਕੁਲ ਨੇੜੇ ਹੈ। ਸੰਗਰੀਆ ਦੇ ਵਿੱਚ ਇੱਕ ਗ੍ਰਾਮੋਥਾਨ ਵਿਦਿਆਪੀਠ ਕਰਕੇ ਇੱਕ ਕਾਲਜ ਹੁੰਦਾ ਹੈ ਜਿੱਥੋਂ ਕਿ ਸਟੂਡੈਂਟ ਯੂਨੀਅਨ ਜਾਂ ਸਟੂਡੈਂਟ ਦੀਆਂ ਜਿਹੜੀਆਂ ਜਥੇਬੰਦੀਆਂ ਦੇ ਇਲੈਕਸ਼ਨਸ ਹੁੰਦੇ ਨੇ, ਰੌਲਾ ਹੁੰਦਾ ਚੌਧਰ ਦਾ, ਲੜਾਈ ਜਿਵੇਂ ਨੌਜਵਾਨਾਂ ਦੇ ਵਿੱਚ ਅਕਸਰ ਹੁੰਦੀਆਂ ਰਹਿੰਦੀਆਂ ਨੇ। ਉਸ ਇੱਕ ਲੜਾਈ ਦੇ ਵਿੱਚ ਇੱਕ ਘਟਨਾ ਹੁੰਦੀ ਹੈ ਜਦੋਂ ਕਿ ਆਪਸ ਦੇ ਵਿੱਚ ਦੋ ਗੁੱਟਾਂ ਦਾ ਝਗੜਾ ਹੋ ਜਾਂਦਾ ਹੈ। ਇੱਕ ਗੁੱਟ ਦੇ ਵਿੱਚ ਦੋ ਲੋਕ ਹੁੰਦੇ ਨੇ, ਇੱਕ ਤਾਂ ਸੰਦੀਪ ਪਟਰੋਲ ਨਾਂ ਦਾ ਸ਼ਖਸ ਹੁੰਦਾ ਹੈ ਤੇ ਦੂਸਰਾ ਸੋਨੂ ਜਿਹੜਾ ਧਾਰਨੀਆ ਹੁੰਦਾ ਹੈ ਜੋ ਕਿ ਲਾਰੈਂਸ ਬਿਸ਼ਨੋਈ ਦਾ ਕਜ਼ਨ ਹੁੰਦਾ ਹੈ। ਸੋਨੂ ਧਾਰਨੀਆ ਅਤੇ ਲਾਰੈਂਸ ਬਿਸ਼ਨੋਈ ਕਜ਼ਨਸ ਹੁੰਦੇ ਨੇ, ਰਿਸ਼ਤੇਦਾਰੀ ਇਹਨਾਂ ਦੀ ਹੁੰਦੀ ਹੈ। ਲੇਕਿਨ ਉਸ ਵਕਤ ਤੱਕ ਲਾਰੈਂਸ ਬਿਸ਼ਨੋਈ ਜੇਲ੍ਹ ਵਿੱਚ ਹੁੰਦਾ ਹੈ। ਸੋਨੂ ਧਾਰਨੀਆ ਤੇ ਉਸਦੇ ਸਾਥੀ ਸੰਦੀਪ ਜੋ ਪੈਟਰੋਲ ਵੀ ਹੁੰਦਾ, ਉਸਦਾ ਨਾਮ ਪੈਟਰੋਲ ਵੀ ਹੁੰਦਾ ਹੈ, ਉਹਨਾਂ ਦੀ ਜਿਹੜੀ ਲੜਾਈ ਹੈ ਉਹ ਦੂਸਰੇ ਗੁੱਟ ਨਾਲ ਹੋਈ ਹੁੰਦੀ ਹੈ। ਦੂਸਰੇ ਗੁੱਟ ਦੇ ਵਿੱਚ ਵੀ ਸਟੂਡੈਂਟਸ ਹੀ ਹੁੰਦੇ ਨੇ, ਲੇਕਿਨ ਉਹ ਸਟੂਡੈਂਟਸ ਵੱਲੋਂ ਕੁਝ ਗੈਂਗਸਟਰਾਂ ਦੀ ਮਦਦ ਲਈ ਜਾਂਦੀ ਹੈ ਜਿਸ ਵਿੱਚ ਕਿ ਰੰਮੀ ਮਸ਼ਾਣਾ ਨਾਂ ਦਾ ਇੱਕ ਗੈਂਗਸਟਰ ਹੁੰਦਾ ਹੈ। ਇਹ ਅਪਰਾਧੀ ਹੁੰਦਾ ਹੈ, ਕੋਈ ਸਟੂਡੈਂਟ ਨਹੀਂ ਹੁੰਦਾ। ਰੰਮੀ ਮਸ਼ਾਣਾ ਦਾ ਦੋ ਵਾਰ ਮੈਂ ਜ਼ਿਕਰ ਪਹਿਲਾਂ ਵੀ ਕੀਤਾ ਹੈ। ਇੱਕ ਤਾਂ ਨਾਭਾ ਜੇਲ੍ਹ ਬ੍ਰੇਕ ਦੇ ਵਿੱਚ ਜਿਹੜੇ ਲੋਕਾਂ ਨੇ ਉਸ ਘਟਨਾ ਨੂੰ ਅੰਜਾਮ ਦਿੱਤਾ ਸੀ, ਉਸ ਨੂੰ ਛੁਡਵਾਉਣ ਵਾਲੇ ਤਕਰੀਬਨ 1.5 ਦਰਜਨ ਜਿਹੜੇ ਗੈਂਗਸਟਰ ਆਏ ਸਨ ਹਥਿਆਰਬੰਦ ਜਿਨ੍ਹਾਂ ਨੇ ਹਵਾ 'ਚ ਗੋਲੀਆਂ ਚਲਾਈਆਂ, ਉਹਨਾਂ ਵਿੱਚ ਰੰਮੀ ਮਸ਼ਾਣਾ ਸੀ। ਸੁੱਖਾ ਕਾਲਵਾ ਦੇ ਮਰਡਰ ਦੇ ਵਿੱਚ ਵੀ ਜਿਹੜੀ ਪਾਰਟੀ ਆਈ ਹੁੰਦੀ ਹੈ, ਸਭ ਤੋਂ ਪਹਿਲਾਂ ਰੰਮੀ ਮਸ਼ਾਣਾ ਨੇ ਹੀ ਪੁਲਿਸ ਵਾਲਿਆਂ ਦੀ ਜਿਹੜੀ ਹੈ ਗਨ ਖੋਈ ਸੀ। ਸੋ ਰੰਮੀ ਮਸ਼ਾਣਾ ਜਿਹੜਾ ਹੁੰਦਾ ਜੋ ਕਿ ਜੈਪਾਲ ਭੁੱਲਰ ਤੇ ਵਿੱਕੀ ਗੌਂਡਰ ਦੇ ਬਹੁਤ ਨੇੜੇ ਹੁੰਦਾ ਹੈ, ਉਸ 2015 ਦੀ ਵਾਰਦਾਤ ਦੇ ਵਿੱਚ ਦੂਸਰੀ ਪਾਰਟੀ ਵੱਲੋਂ ਯਾਨੀ ਕਿ ਦੂਸਰੇ ਨੌਜਵਾਨਾਂ ਵੱਲੋਂ ਆਂਦਾ ਹੈ। ਉਸ ਝੜਪ ਜਿਹੜੀ ਹੁੰਦੀ ਹੈ ਜਿਸ ਵਿੱਚ ਕਿ ਲਾਰੈਂਸ ਬਿਸ਼ਨੋਈ ਦਾ ਆਪਣਾ ਕਜ਼ਨ ਸ਼ਾਮਲ ਹੁੰਦਾ ਹੈ, ਸੋਨੂ ਧਾਰਨੀਆ ਸ਼ਾਮਲ ਹੁੰਦਾ ਹੈ। ਉਸ ਦੇ ਵਿੱਚ ਸੋਨੂ ਧਾਰਨੀਆ ਅਤੇ ਪੈਟਰੋਲ ਨੂੰ ਮਾਰਤਾ ਜਾਂਦਾ ਹੈ, ਉਹਨਾਂ ਦੀ ਮੌਤ ਹੋ ਜਾਂਦੀ ਹੈ, ਗੋਲੀਆਂ ਮਾਰ ਕੇ ਉਹਨਾਂ ਨੂੰ ਮਾਰਿਆ ਜਾਂਦਾ ਤੇ ਉਸ ਤੋਂ ਬਾਅਦ ਇਸ ਧੜੱਲੇ ਨਾਲੋਂ ਜਿਹੜੇ ਗੈਂਗਸਟਰ ਗੋਲੀਆਂ ਚਲਾ ਕੇ ਨਿਕਲਦੇ ਨੇ ਉਹ ਕਈ ਕਿਲੋਮੀਟਰ ਤੱਕ ਹਵਾ ਦੇ ਵਿੱਚ ਹੀ ਗੋਲੀਆਂ ਚਲਾ ਕੇ ਨਿਕਲ ਜਾਂਦੇ ਨੇ। ਇਹ ਬਹੁਤ ਵੱਡੀ ਘਟਨਾ ਹੁੰਦੀ ਹੈ, ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਚੁੱਕਾ ਹੁੰਦਾ ਹੈ। ਲਾਰੈਂਸ ਬਿਸ਼ਨੋਈ ਇਸ ਵਕਤ ਜੇਲ੍ਹ ਵਿੱਚ ਹੁੰਦਾ। ਜਦੋਂ ਉਸ ਨੂੰ ਇਸ ਪੂਰੀ ਗੱਲਬਾਤ ਦਾ ਪਤਾ ਲੱਗਦਾ ਤਾਂ ਉਹ ਹੁਣ ਆਪਣੇ ਕਜ਼ਨ ਯਾਨੀ ਕਿ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਲਈ ਉਤਾਵਲਾ ਹੁੰਦਾ ਹੈ, ਲੇਕਿਨ ਉਹ ਜੇਲ੍ਹ ਦੇ ਵਿੱਚ ਹੁੰਦਾ ਹੈ। ਇਸੇ ਦੌਰਾਨ ਉਸ ਦੀ ਇੱਕ ਪੇਸ਼ੀ ਹੁੰਦੀ ਹੈ, ਅਦਾਲਤ ਦੇ ਵਿੱਚ ਉਸ ਨੂੰ ਲਿਜਾਇਆ ਜਾ ਰਿਹਾ ਹੁੰਦਾ ਹੈ। ਕੋਰਟ ਦੇ ਵਿੱਚ ਜਦੋਂ ਲਿਜਾਣ ਤੋਂ ਔਰਤ ਜਿਹੜੀ ਵਾਪਸੀ ਜੇਲ੍ਹ ਵਿੱਚ ਹੋ ਰਹੀ ਹੁੰਦੀ ਹੈ, ਉਸ ਦੌਰਾਨ ਬਨੂੜ ਦੇ ਲਾਗੇ ਇੱਕ ਢਾਬੇ ਕੋਲ ਖਾਣਾ ਖਾਣ ਲਈ ਸਾਰੇ ਰੁਕਦੇ ਹੈਗੇ ਨੇ, ਪੁਲਿਸ ਵਾਲੇ ਨਾਲ ਹੁੰਦੇ ਨੇ। ਉਸ ਦੌਰਾਨ ਇਸ ਦਾ ਇੱਕ ਸਾਥੀ ਯਾਨੀ ਕਿ ਲਾਰੈਂਸ ਬਿਸ਼ਨੋਈ ਦਾ ਇੱਕ ਸਾਥੀ ਇੱਕ ਮੋਟਰਸਾਈਕਲ ਉੱਤੇ ਲਾਰੈਂਸ ਬਿਸ਼ਨੋਈ ਨੂੰ ਛੁਡਵਾ ਕੇ ਪੁਲਿਸ ਕਸਟਡੀ ਦੇ ਵਿੱਚੋਂ ਫਰਾਰ ਕਰਾਉਣ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ। ਸੋ ਲਾਰੈਂਸ ਬਿਸ਼ਨੋਈ ਬਾਹਰ ਨਿਕਲ ਚੁੱਕਾ ਹੁੰਦਾ ਹੈ, ਪੁਲਿਸ ਗ੍ਰਿਫਤ 'ਚੋਂ ਫਰਾਰ ਹੋ ਚੁੱਕਾ ਹੁੰਦਾ ਹੈ ਤੇ ਉਸ ਦਾ ਮਕਸਦ ਹੁੰਦਾ ਹੈ ਆਪਣੇ ਭਰਾ ਸੋਨੂ ਧਾਰਨੀਆ ਅਤੇ ਉਸਦੇ ਸਾਥੀ ਪੈਟਰੋਲ ਦੀ ਮੌਤ ਦਾ ਬਦਲਾ ਲੈਣਾ। ਬਹੁਤ ਨੇੜਤਾ ਹੁੰਦੀ ਹੈ, ਇਮੋਸ਼ਨਲੀ ਬਹੁਤ ਜੁੜੇ ਹੁੰਦੇ ਹੈਗੇ ਨੇ ਕਿਉਂਕਿ ਸਟੂਡੈਂਟ ਪੋਲਿਟਿਕਸ ਦੇ ਵਿੱਚ ਖੁਦ ਵੀ ਜਿਹੜਾ ਲਾਰੈਂਸ ਬਿਸ਼ਨੋਈ ਸੀ ਉਸਦਾ ਆਪਣਾ ਸਿੱਕਾ ਚੱਲਦਾ ਹੁੰਦਾ ਹੈ ਜਾਂ ਕਿਸੇ ਟਾਈਮ ਚੱਲਦਾ ਰਿਹਾ ਹੁੰਦਾ ਹੈ। ਸੋ ਉਹ ਹੋਰ ਵੀ ਇਲਾਕਿਆਂ ਦੇ ਵਿੱਚ ਸੋਪੂ ਦੇ ਵਿੰਗਸ ਨੂੰ ਮਜ਼ਬੂਤ ਕਰਨ ਲਈ ਜਾਂ ਉੱਥੇ ਦੇ ਨੌਜਵਾਨਾਂ ਨੂੰ ਹੁਲਾਰਾ ਦੇਣ ਲਈ ਉਹਦਾ ਸ਼ੌਂਕ ਵੀ ਹੁੰਦਾ ਹੈ ਤੇ ਉਸ ਦੀ ਫਿਤਰਤ ਵੀ ਇਹੋ ਜਿਹੀ ਹੁੰਦੀ ਹੈ। ਸੋ ਉਹ ਨੇੜਤਾ ਬਹੁਤ ਹੁੰਦੀ ਹੈ ਤੇ ਉਸਦਾ ਮਕਸਦ ਇਸ ਜੇਲ੍ਹ 'ਚੋਂ ਭੱਜਣ ਦਾ ਇੱਕ ਤੇ ਇੱਕ ਹੁੰਦਾ ਹੈ
ਵੀ ਉਹ ਬਦਲਾ ਲਿਆ ਜਾ ਸਕੇ ਤੇ ਉਹਨਾਂ ਨੂੰ ਪਤਾ ਹੁੰਦਾ ਵੀ ਰੰਮੀ ਮਸ਼ਾਣੇ ਵਰਗੇ ਜਿਹੜੇ ਗੈਂਗਸਟਰਾਂ ਦੀ ਮਦਦ ਦੂਸਰੀ ਜਿਹੜੀ ਵਿਰੋਧੀ ਸਟੂਡੈਂਟਸ ਦੀ ਟੋਲੀ ਸੀ ਉਸਨੇ ਲਈ ਸੀ। ਇਸ ਤੋਂ ਬਾਅਦ ਇਸ ਫਿਰਾਕ ਦੇ ਵਿੱਚ ਲਾਰੈਂਸ ਬਿਸ਼ਨੋਈ ਹੁੰਦਾ ਹੈ। ਇਹ ਵੀ ਮੈਂ ਦੱਸ ਦਵਾਂ ਵੀ ਡੀਏਵੀ ਕਾਲਜ ਦੇ ਵਿੱਚ ਜਦੋਂ 2010 ਦੇ ਵਿੱਚ ਲਾਰੈਂਸ ਬਿਸ਼ਨੋਈ ਆ ਚੁੱਕਾ ਹੁੰਦਾ ਉਸ ਦੀ ਮੁਲਾਕਾਤ ਰੌਕੀ ਫਾਜ਼ਿਲਕਾ ਨਾਲ ਹੋ ਚੁੱਕੀ ਹੁੰਦੀ ਹੈ, ਕਿਉਂਕਿ ਕਈ ਸਾਲ ਰੌਕੀ ਫਾਜ਼ਿਲਕਾ ਬਾਹਰ ਰਿਹਾ। 2014 ਦੇ ਵਿੱਚ ਉਸ ਤੋਂ ਕੁਝ ਸਮਾਂ ਪਹਿਲਾਂ ਜੇਲ੍ਹ ਵਿੱਚ ਜਾਣ ਤੋਂ ਪਹਿਲਾਂ ਤੋਂ ਰੌਕੀ ਫਾਜ਼ਿਲਕਾ ਦੇ ਨਾਲ ਇੱਕ ਨੇੜਤਾ ਹੋ ਚੁੱਕੀ ਹੁੰਦੀ ਹੈ। ਗੁੰਡੇ ਬਦਮਾਸ਼ੀ ਦੇ ਵਿੱਚ ਪਹਿਲਾਂ ਹੀ ਇਸ ਦਾ ਨਾਂ ਲਾਰੈਂਸ ਦਾ ਸਕੂਲ ਕਾਲਜ ਪੱਧਰ ਤੇ ਚੱਲ ਗੁੰਡਾ ਬਦਮਾਸ਼ੀ ਦੇ ਵਿੱਚ ਨਾਂ ਜਿਹੜਾ ਹੈ ਲਾਰੈਂਸ ਬਿਸ਼ਨੋਈ ਦਾ ਤਾਂ ਕਾਲਜ ਪੱਧਰ ਤੇ ਚੱਲਣਾ ਸ਼ੁਰੂ ਹੋ ਹੀ ਚੁੱਕਾ ਹੁੰਦਾ ਹੈ। ਇਸ ਦੇ ਵਿੱਚ ਉਹ ਟੈਲੈਂਟ ਜਿਹੜਾ ਹੈ ਗੈਂਗਸਟਰ ਬਣਾਉਣ ਲਈ ਚਾਹੀਦਾ ਹੁੰਦਾ ਹੈ, ਉਹ ਜਿਹੜੇ ਗੁਰ ਹੁੰਦੇ ਨੇ ਉਹ ਰੌਕੀ ਫਾਜ਼ਿਲਕਾ ਨੂੰ ਕਾਫੀ ਸਮੇਂ ਪਹਿਲਾਂ ਤੋਂ ਨਜ਼ਰ ਆ ਚੁੱਕੇ ਹੁੰਦੇ ਨੇ। ਸੋ ਰੌਕੀ ਫਾਜ਼ਿਲਕਾ ਤਾੜ ਰਿਹਾ ਹੁੰਦਾ ਹੈ। ਇਹ ਉਹ ਸਮਾਂ ਵੀ ਹੁੰਦਾ ਜਦੋਂ ਕਿ ਸ਼ੇਰਾ ਖੁੱਬਣ ਤੇ ਜੈਪਾਲ ਭੁੱਲਰ ਉਹਨਾਂ ਨਾਲ ਉਸਦੀ ਵਿਗੜ ਵੀ ਰਹੀ ਹੁੰਦੀ ਹੈ। ਸੋ ਆਉਣ ਵਾਲੀ ਪਨੀਰੀ ਦੇ ਵਿੱਚੋਂ ਜਾਂ ਹੋਰ ਜਿਹੜੇ ਆਉਣ ਵਾਲੇ ਗੈਂਗਸਟਰਾਂ ਦੀ ਤਿਆਰੀ ਦੇ ਵਿੱਚ ਜਾਂ ਫਿਰਾਕ ਦੇ ਵਿੱਚ ਰੌਕੀ ਫਾਜ਼ਿਲਕਾ ਹੁੰਦਾ ਹੈ, ਜਿਸ ਦੀ ਪੋਲੀਟੀਕਲ ਐਸਪੀਰੇਸ਼ਨਸ ਵੀ ਹੁਣ ਤੱਕ ਹੁੰਦੀਆਂ ਨੇ। ਉਸ ਦੀ ਨਜ਼ਰ ਲਾਰੈਂਸ ਬਿਸ਼ਨੋਈ ਤੇ ਹੁੰਦੀ ਹੈ। ਸੋ ਜਦੋਂ ਲਾਰੈਂਸ ਬਿਸ਼ਨੋਈ ਫਰਾਰ ਹੋ ਜਾਂਦਾ ਉਸ ਨੂੰ ਕਾਫੀ ਜ਼ਿਆਦਾ ਜਿਹੜੀ ਮਦਦ ਹੈ ਰੌਕੀ ਫਾਜ਼ਿਲਕਾ ਵੱਲੋਂ ਦਿੱਤੀ ਜਾਂਦੀ ਹੈ। 2015 ਦੇ ਵਿੱਚ ਫਾਜ਼ਿਲਕਾ ਦੇ ਵਿੱਚ ਇੱਕ ਨਾਕਾ ਲੱਗਿਆ ਹੁੰਦਾ ਜਿੱਥੇ ਕਿ ਲਾਰੈਂਸ ਬਿਸ਼ਨੋਈ ਆਪਣੇ ਕੁਝ ਹੋਰ ਸਾਥੀਆਂ ਦੇ ਨਾਲ, ਕੁਝ ਹੋਰ ਐਸੇ ਅਪਰਾਧਿਕ ਲੋਕ ਹੁੰਦੇ ਨੇ ਜਿਨ੍ਹਾਂ ਦੇ ਨਾਲ ਇਹ ਤੁਰ ਫਿਰ ਰਿਹਾ ਹੁੰਦਾ ਹੈ। ਇਹ ਗੱਡੀ ਦੇ ਵਿੱਚ ਜਾ ਰਿਹਾ ਹੁੰਦਾ ਜਦੋਂ ਕਿ ਇਹਨਾਂ ਦੀ ਗੱਡੀ ਨੂੰ ਰੋਕਿਆ ਜਾਂਦਾ ਹੈ। ਇਹਨਾਂ ਵੱਲੋਂ ਬੈਰੀਕੇਡ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਲੇਕਿਨ ਸਾਰਿਆਂ ਨੂੰ ਕਾਬੂ ਕਰ ਲਿਆ ਜਾਂਦਾ ਹੈ। ਆਰਮਸ ਐਕਟ ਦਾ ਇੱਕ ਮੁਕੱਦਮਾ ਜਿਹੜਾ ਹੈ ਉਹ ਲਾਰੈਂਸ ਬਿਸ਼ਨੋਈ ਦੇ ਖਿਲਾਫ ਫਾਜ਼ਿਲਕਾ ਪੁਲਿਸ ਵੱਲੋਂ ਦਰਜ ਕਰ ਲਿਆ ਜਾਂਦਾ ਹੈ। ਇਸ ਦੀ ਜਾਣਕਾਰੀ ਹੈ ਫਾਜ਼ਿਲਕਾ ਪੁਲਿਸ ਦੇ ਟੌਪ ਜਿਹੜੇ ਪੁਲਿਸ ਆਫੀਸ਼ੀਅਲਸ ਹੈ ਉਹ 2015 ਵਿੱਚ ਦਿੰਦੇ ਨੇ। ਲੇਕਿਨ ਇਸ ਤੋਂ ਪਹਿਲਾਂ ਇੱਕ ਹੋਰ ਥਿਊਰੀ ਹੈ ਜਾਂ ਇੱਕ ਹੋਰ ਫੀਡ ਲੇਕਿਨ ਇਸ ਘਟਨਾ ਦਾ ਇੱਕ ਦੂਸਰਾ ਪੱਖ ਵੀ ਹੈ, ਇੱਕ ਦੂਸਰੀ ਥਿਊਰੀ ਵੀ ਹੈ ਜਿਸ ਦੇ ਤਹਿਤ ਕਿ ਇਹ ਦੱਸਿਆ ਜਾਂਦਾ ਹੈ ਵੀ ਦਿੱਲੀ ਦੀ ਇੱਕ ਬਹੁਤ ਹੀ ਮਹੱਤਵਪੂਰਨ ਵੀਆਈਪੀ ਇਲਾਕੇ ਦੇ ਵਿੱਚੋਂ ਲਾਰੈਂਸ ਬਿਸ਼ਨੋਈ ਦੀ ਗ੍ਰਿਫਤਾਰੀ ਕੀਤੀ ਗਈ ਜਾਂ ਉਸ ਨੂੰ ਫੜਿਆ ਗਿਆ ਤੇ ਬਾਅਦ ਦੇ ਵਿੱਚ ਉਹਦਾ ਅਰੈਸਟ ਜਿਹੜਾ ਹੈਗਾ ਯਾਨੀ ਕਿ ਉਹਦੀ ਫਾਰਮਲ ਜਿਹੜੀ ਗ੍ਰਿਫਤਾਰੀ ਆ ਉਸ ਨੂੰ ਫਾਜ਼ਿਲਕਾ ਦੇ ਵਿੱਚ ਦਿਖਾਇਆ ਗਿਆ। ਇਹ ਵੀ ਦੱਸਿਆ ਜਾਂਦਾ ਤੇ ਸਮਝਿਆ ਜਾਂਦਾ ਹੈ ਵੀ ਪੋਸੀਬਿਲਿਟੀ ਇਸ ਚੀਜ਼ ਦੀ ਪੂਰੀ ਹੋ ਸਕਦੀ ਹੈ ਵੀ ਲਾਰੈਂਸ ਬਿਸ਼ਨੋਈ ਦੇ ਨਾਲ ਉਸ ਵਕਤ ਰੌਕੀ ਫਾਜ਼ਿਲਕਾ ਵੀ ਰਿਹਾ ਹੋਵੇ, ਕਿਉਂਕਿ ਉਸੇ ਦਿਨ ਜਿਸ ਦਿਨ ਫਾਜ਼ਿਲਕਾ ਦੇ ਵਿੱਚ ਇਸ ਗੱਡੀ ਦੇ ਵਿੱਚੋਂ ਲਾਰੈਂਸ ਬਿਸ਼ਨੋਈ ਨੂੰ ਫੜਿਆ ਜਾਂਦਾ ਉਸਨੇ ਸਾਥੀਆਂ ਦੇ ਨਾਲ ਇੱਕ ਅਲੱਗ ਕੇਸ ਦੇ ਵਿੱਚ ਰੌਕੀ ਫਾਜ਼ਿਲਕਾ ਉੱਤੇ ਵੀ ਇੱਕ ਹੋਰ ਮੁਕੱਦਮਾ ਪਾਤਾ ਜਾਂਦਾ, ਉਹਨਾਂ ਉੱਤੇ ਵੀ ਇੱਕ ਹੋਰ ਕੇਸ ਦਰਜ ਕਰ ਲਿਆ ਜਾਂਦਾ ਹੈ। ਰੌਕੀ ਫਾਜ਼ਿਲਕਾ ਜੋ ਕਿ ਇਸ ਵਕਤ ਤੱਕ ਡਿੰਪੀ ਚੰਦ ਦੇ ਕਤਲ ਕੇਸ ਵਿੱਚ 2014 ਵਿੱਚ ਬਰੀ ਹੋ ਚੁੱਕਾ ਹੁੰਦਾ ਹੈ। ਸੋ 2015 ਨੂੰ ਦੋ ਵਾਰਦਾਤਾਂ ਜਾਂ ਦੋ ਘਟਨਾਵਾਂ ਹੁੰਦੀਆਂ ਨੇ ਜਿਸ ਵਿੱਚ ਕਿ ਪੁਲਿਸ ਇੱਕ ਪਾਸੇ ਰੌਕੀ ਫਾਜ਼ਿਲਕਾ ਨੂੰ ਬੁੱਕ ਕਰ ਲੈਂਦੀ ਹੈ, ਉਸ ਉੱਤੇ ਉਹਨੂੰ ਅਰੈਸਟ ਕਰ ਲਿਆ ਜਾਂਦਾ ਤੇ ਦੂਸਰੇ ਪਾਸੇ ਲਾਰੈਂਸ ਬਿਸ਼ਨੋਈ ਤੇ ਉਸਦੇ ਸਾਥੀਆਂ ਨੂੰ। 2015 ਦਾ ਉਹ ਦਿਨ ਗਿਆ ਤੇ ਅੱਜ ਦਾ ਦਿਨ ਆਇਆ। ਉਸ ਵਕਤ ਜਦੋਂ ਕਿ ਮੈਂ ਵੀਡੀਓ ਬਣਾ ਰਿਹਾ 2015 ਤੋਂ 2021 6 ਸਾਲ ਹੋ ਚੁੱਕੇ ਨੇ ਲਾਰੈਂਸ ਬਿਸ਼ਨੋਈ ਇਸ ਦੌਰਾਨ ਰਾਜਸਥਾਨ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਜੋਧਪੁਰ, ਭਰਤਪੁਰ ਜਾਂ ਜਿੱਥੇ ਵੀ ਉਸ ਨੂੰ ਸ਼ਿਫਟ ਕੀਤਾ ਜਾਂਦਾ, ਫਿਲਹਾਲ ਉਹ ਤਿਹਾੜ ਜੇਲ੍ਹ ਦੇ ਵਿੱਚ ਹੈ। ਇਸ ਦੌਰਾਨ ਉਸ ਨੂੰ ਕਈ ਵਾਰ ਪ੍ਰੋਡਕਸ਼ਨ ਰਿਮਾਂਡ ਜਾਂ ਕਈ ਕੇਸਾਂ ਦੇ ਵਿੱਚ ਪੰਜਾਬ ਪੁਲਿਸ ਵੀ ਲੈ ਕੇ ਆਈ, ਚੰਡੀਗੜ੍ਹ ਪੁਲਿਸ ਵੀ ਉਸ ਨੂੰ ਰਿਮਾਂਡ ਤੇ ਲੈ ਚੁੱਕੀ ਹੈ, ਹਰਿਆਣਾ ਪੁਲਿਸ ਵੀ ਲੈ ਚੁੱਕੀ ਹੈ। ਸੋ ਅਲੱਗ-ਅਲੱਗ ਕੇਸਾਂ ਦੇ ਵਿੱਚ ਜਦੋਂ ਲੋੜ ਪੈਂਦੀ ਹੈ, ਕੋਈ ਨਵੀਂ ਵਾਰਦਾਤ ਹੁੰਦੀ ਹੈ ਤਾਂ ਲਾਰੈਂਸ ਬਿਸ਼ਨੋਈ ਨੂੰ ਪ੍ਰੋਡਕਸ਼ਨ ਰਿਮਾਂਡ ਦੇ ਉੱਤੇ ਟ੍ਰਾਂਜ਼ਿਟ ਜਿਹੜੀ ਰਿਮਾਂਡ ਹੁੰਦੀ ਹੈ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਉਸ ਨੂੰ ਅਲੱਗ-ਅਲੱਗ ਪੁਲਿਸ ਜਿਹੜੇ ਮਹਿਕਮੇ ਹੈਗੇ ਨੇ ਸੂਬਿਆਂ ਦੇ ਉਹ ਲੈ ਕੇ ਆਉਂਦੇ ਨੇ। 2015 ਤੋਂ ਲੈ ਕੇ 2021 ਦੇ 6 ਸਾਲਾਂ ਦੇ ਵਿੱਚ ਲਾਰੈਂਸ ਬਿਸ਼ਨੋਈ ਇੱਕ ਬਹੁਤ ਵੱਡਾ ਗੈਂਗਸਟਰ ਕਿਵੇਂ ਬਣਿਆ, ਡੌਨ ਕਿਵੇਂ ਬਣਿਆ, ਇਸ ਗੱਲ ਨੂੰ ਮੈਂ ਅਗਲੇ ਭਾਗ ਦੇ ਵਿੱਚ ਕਰਾਂਗਾ। ਲੇਕਿਨ ਇਹ ਐਪੀਸੋਡ ਖਤਮ ਨਹੀਂ ਹੋਇਆ ਹੈ, ਰਿਪੋਰਟ ਖਤਮ ਨਹੀਂ ਹੋਈ ਹੈ, ਕਿਉਂਕਿ ਮੈਂ ਇੱਕ ਬਹੁਤ ਹੀ ਜ਼ਰੂਰੀ ਘਟਨਾਕ੍ਰਮ ਤੁਹਾਡੀ ਨਜ਼ਰ ਕਰਨ ਜਾ ਰਿਹਾ ਜੋ ਕਿ ਸਾਲ 2020 ਦਾ ਘਟਨਾਕ੍ਰਮ ਹੈ। ਉਹ ਕਹਾਣੀ ਮੈਂ ਇਸ ਵਾਸਤੇ ਤੁਹਾਨੂੰ ਅਗਲੇ ਭਾਗ ਦੇ ਵਿੱਚ ਸੁਣਾਵਾਂਗਾ ਕਿਉਂਕਿ ਕਿਸ ਤਰੀਕੇ ਨਾਲ ਗੈਂਗਸ ਵਾਰ ਤੁਰੀਆਂ, ਲਾਰੈਂਸ ਦਾ ਉਭਾਰ ਕਿਵੇਂ ਹੋਇਆ, ਲਾਰੈਂਸ ਦੀ ਕਿਹੜੇ ਗੁੱਟਾਂ ਦੇ ਨਾਲ ਬਣਦੀ ਸੀ ਤੇ ਕਿਹਨਾਂ ਦੇ ਨਾਲ ਉਸ ਦਾ 36 ਦਾ ਆંકੜਾ ਸੀ, ਕਿਉਂਕਿ ਇੱਕ ਬਹੁਤ ਵੱਡੀ ਉਸ ਦਾ ਇੱਕ ਸਰਕਟ ਜਿਹੜਾ ਸੀ ਉਹ ਇਕੱਲੇ ਪੰਜਾਬ ਦੇ 2-4 ਗੈਂਗਸਟਰਾਂ ਜਾਂ ਗੈਂਗਸ ਦੇ ਨਾਲ ਨਹੀਂ ਸੀ, ਬਲਕਿ ਉਹ ਦਿੱਲੀ, NCR, ਰਾਜਸਥਾਨ, ਹਰਿਆਣਾ ਦੇ ਬਹੁਤ ਵੱਡੇ ਗੈਂਗਸਟਰਾਂ ਦੇ ਨਾਲ ਰਲ ਚੁੱਕਾ ਸੀ। ਉਹਨਾਂ ਦੇ ਨਾਲ ਇੱਕ ਕੋਆਰਡੀਨੇਸ਼ਨ ਤੇ ਅਲਾਈਅੰਸ ਦੇ ਨਾਲ ਕੰਮ ਕਰ ਰਿਹਾ ਤੇ ਅੱਜ ਦੇਸ਼ ਦੇ ਸਭ ਤੋਂ ਟੌਪ ਦੇ ਜਿਹੜੇ ਗੈਂਗਸਟਰ ਨੇ ਉਹਨਾਂ 'ਚੋਂ ਪਹਿਲੇ 3 ਜਾਂ 4 ਗੈਂਗਸਟਰਾਂ ਵਿੱਚੋਂ ਨਾਂ ਲਾਰੈਂਸ ਬਿਸ਼ਨੋਈ ਦਾ ਬੋਲਦਾ ਹੈ। ਕਾਲਾ ਜਠੇਰੀ ਜਿਹੜਾ ਗੈਂਗ ਹੈ ਉਹ ਇੱਕ ਬਹੁਤ ਵੱਡਾ ਗੈਂਗਸਟਰ ਜਿਸ ਨੂੰ ਕਿ 30 ਜੁਲਾਈ ਨੂੰ ਹੀ ਦਿੱਲੀ ਦੀ ਸਪੈਸ਼ਲ ਜਿਹੜੀ ਫੋਰਸ ਹੈ ਉਸਨੇ ਗ੍ਰਿਫਤਾਰ ਕੀਤਾ ਹੈ। ਸੋ ਕਾਲਾ ਜਠੇਰੀ ਦੀ ਗ੍ਰਿਫਤਾਰੀ, ਉਸ ਤੋਂ ਬਾਅਦ ਸੁਸ਼ੀਲ ਕੁਮਾਰ ਛਤਰਸਾਲ ਸਟੇਡੀਅਮ ਦੇ ਵਿੱਚ ਜੋ ਮਾਰਕੁੱਟ ਹੁੰਦੀ ਹੈ, ਜਿਹੜਾ ਧਨਖੜ ਪ੍ਰਧਾਨ ਹੁੰਦਾ ਉਸ ਦੀ ਮੌਤ ਹੋ ਜਾਂਦੀ ਹੈ, ਉਹ ਸਾਰੀਆਂ ਘਟਨਾਵਾਂ ਬਹੁਤ ਲੰਬਾ ਚੌੜਾ ਸਿਲਸਿਲਾ ਹੈ। ਇਸ ਵਾਸਤੇ ਲਈ ਸਮਾਂ ਚਾਹੀਦਾ ਹੈ। ਇਸ ਗੱਲ ਦੇ ਵਿੱਚ ਮੈਂ ਉਸ ਨੂੰ ਰਲਗੜ ਨਹੀਂ ਕਰਨਾ ਚਾਹਾਂਗਾ, ਉਸ ਨੂੰ ਅਲੱਗ ਤਰੀਕੇ ਨਾਲ ਆਵਾਂਗਾ। ਤੇ ਜਿਹੜੀ ਗੈਂਗ ਵਾਰ ਜੈਪਾਲ ਭੁੱਲਰ ਤੇ ਦਵਿੰਦਰ ਬੰਬੀਹਾ ਗਰੁੱਪ ਦੇ ਨਾਲ ਚੱਲੀ ਲਾਰੈਂਸ ਬਿਸ਼ਨੋਈ ਦੀ, ਉਹ ਵੀ ਇੱਕ ਲੰਬੀ ਚੌੜੀ ਸੀਰੀਜ਼ ਹੈ। ਸੋ ਇਹ ਦੋਵੇਂ ਚੀਜ਼ਾਂ ਨੂੰ ਮੈਂ ਅਗਲੇ ਪਾਰਟ ਦੇ ਵਿੱਚ ਹੈਂਡਲ ਕਰਾਂਗਾ, ਟੈਕਲ ਕਰਾਂਗਾ। ਤਾਂ ਮੈਂ ਸਮਝਦਾ ਵੀ ਤੁਸੀਂ ਜਾਣਨਾ ਚਾਹ ਰਹੇ ਹੋ, ਲੇਕਿਨ ਮੈਂ ਸਿੱਧਾ ਤੁਹਾਨੂੰ 2015 ਤੋਂ 2020 ਤੇ ਲਿਆਉਣਾ ਹੈ। ਜੁਲਾਈ 2020 ਦੇ ਵਿੱਚ, ਕਿਉਂਕਿ ਮੈਂ ਇੱਕ ਡਬਲ ਮਰਡਰ ਦੀ ਗੱਲ ਕੀਤੀ ਸੀ ਜੋ ਕਿ 2015 ਵਿੱਚ ਹੋਇਆ ਸੀਗਾ। ਲਾਰੈਂਸ ਬਿਸ਼ਨੋਈ ਜੇਲ੍ਹ ਤੋਂ ਭੱਜਿਆ ਆਪਣੇ ਜਿਹੜੇ ਭਰਾ ਦੀ ਮੌਤ ਦਾ ਬਦਲਾ ਲੈਣ ਲਈ, ਤੇ ਉਹ ਬਦਲਾ ਉਸਨੇ 2020 'ਚ ਆ ਕੇ ਲਿਆ। ਉਸ ਵਕਤ ਜਦੋਂ ਕਿ ਉਸਨੇ ਕਾਲਾ ਜਠੇੜੀ ਜਿਹੜਾ ਗੈਂਗਸਟਰ ਹੈ ਜੋ ਕਿ ਹੁਣੀ ਫੜਿਆ ਗਿਆ ਹੈ, ਉਸ ਦੇ ਸ਼ਾਰਪ ਸ਼ੂਟਰ ਭੇਜੇ
ਤੇ ਇੱਕ ਬਹੁਤ ਹੀ ਵੱਡੀ ਵਾਰਦਾਤ ਜਿਹੜੀ ਸੀ ਉਹ ਡੱਬਵਾਲੀ ਦੇ ਵਿੱਚ ਅੰਜਾਮ ਦਿੱਤੀ। ਸਟੂਡੈਂਟਸ ਦਾ ਉਹ ਗੁੱਟ ਜਿਸਨੇ ਕਿ ਰੰਮੀ ਮਸ਼ਾਨਾ ਵਰਗੇ ਗੈਂਗਸਟਰਾਂ ਤੇ ਅਪਰਾਧੀਆਂ ਨੂੰ ਲੈ ਕੇ ਹਮਲਾ ਕਰਵਾਇਆ ਸੀ ਲਾਰੈਂਸ ਬਿਸ਼ਨੋਈ ਦੇ ਭਰਾ ਉੱਤੇ, ਉਸ ਦਾ ਬਦਲਾ ਜਿਹੜਾ ਹੈ ਲਾਰੈਂਸ ਬਿਸ਼ਨੋਈ ਨੇ 2020 ਦੇ ਵਿੱਚ ਲਿਆ। 2020 ਦੇ ਵਿੱਚ ਸੰਪਤ ਨਹਿਰਾ ਤੇ ਹੋਰ ਸੰਪਤ ਨਹਿਰਾ ਵੀ ਹਾਲਾਂਕਿ ਇਸ ਦੌਰਾਨ ਜੇਲ੍ਹ ਦੇ ਵਿੱਚ ਹੀ ਸੀ, ਕਿਉਂਕਿ ਸਾਰੇ ਲੋਕ ਜੇਲ੍ਹਾਂ ਵਿੱਚੋਂ ਹੀ ਆਪਣਾ ਪੂਰਾ ਕੰਮਕਾਜ ਕਰਦੇ ਨੇ, ਲੇਕਿਨ ਕਾਲਾ ਜਠੇਰੀ ਦੇ ਜਿਹੜੇ ਕੁਝ ਸ਼ਾਰਪ ਸ਼ੂਟਰਸ ਨੂੰ ਭੇਜ ਕੇ ਜੁਲਾਈ 2020 ਦੇ ਵਿੱਚ ਡੱਬਵਾਲੀ ਦੇ ਵਿੱਚ ਇੱਕ ਬਹੁਤ ਵੱਡਾ ਕਾਂਡ ਹੁੰਦਾ ਜਿਸ ਵਿੱਚ ਕਿ ਗੋਲੀਆਂ ਮਾਰ ਕੇ ਜਿਹੜੇ ਸ਼ਾਰਪ ਸ਼ੂਟਰ ਹੈਗੇ ਨੇ ਉਹ 2 ਲੋਕਾਂ ਨੂੰ ਮਾਰਦੇ ਨੇ। ਉਹਨਾਂ ਵਿੱਚ ਇੱਕ ਜੈ ਪ੍ਰਕਾਸ਼ ਪੁਨੀਆ ਹੁੰਦਾ ਹੈ ਜੋ ਕਿ ਉਸ ਸ਼ੂਟ ਆਊਟ ਦੇ ਵਿੱਚ ਇਨਵੋਲਵ ਰਿਹਾ ਹੁੰਦਾ ਹੈ ਜੋ ਕਿ 2015 ਵਿੱਚ ਹੋਇਆ ਸੀ। ਇਸ ਦੇ ਨਾਲ ਇੱਕ ਮੁਕੇਸ਼ ਕੁਮਾਰ ਨਾਂ ਦਾ ਵੀ ਹੋਰ ਉਸ ਦਾ ਸਾਥੀ ਹੁੰਦਾ ਹੈ ਜੋ ਕਿ ਉਸ ਸ਼ੂਟ ਆਊਟ ਦੇ ਵਿੱਚ ਇਨਵੋਲਵ ਤਾਂ ਸ਼ਾਇਦ ਨਹੀਂ ਹੁੰਦਾ, ਲੇਕਿਨ ਉਸ ਨੂੰ ਵੀ ਗੋਲੀਆਂ ਮਾਰ ਕੇ ਜਾਂਦੇ ਨੇ। ਬਹੁਤ ਵੱਡੀ ਘਟਨਾ ਹੁੰਦੀ ਹੈ। ਡੱਬਵਾਲੀ ਪੁਲਿਸ ਤੇ ਹਰਿਆਣਾ ਪੁਲਿਸ ਦੀ ਜਿਹੜੀ ਨੀਂਦ ਹੈ ਉਹ ਉੱਡ ਚੁੱਕੀ ਹੁੰਦੀ ਹੈ, ਕਿਉਂਕਿ ਤਕਰੀਬਨ 4 ਸ਼ੂਟਰ ਦੱਸੇ ਜਾਂਦੇ ਨੇ ਜਿਨ੍ਹਾਂ ਨੂੰ ਭੇਜਿਆ ਗਿਆ, ਜਿਨ੍ਹਾਂ ਦੇ ਵਿੱਚ ਕਿ ਕਈ ਬਹੁਤ ਹੀ ਖਤਰਨਾਕ ਤੇ ਨਾਮੀ ਕਾਲਾ ਜਠੇਰੀ ਗੈਂਗ ਜਿਹੜੇ ਕਿ ਹੁਣ ਲਾਰੈਂਸ ਬਿਸ਼ਨੋਈ ਦੇ ਨਾਲ ਕੋਆਰਡੀਨੇਸ਼ਨ ਦੇ ਵਿੱਚ ਰਾਜਸਥਾਨ NCR ਆਊਟਰ ਦਿੱਲੀ ਦੇ ਏਰੀਆ ਦੇ ਵਿੱਚ ਸਕਰੀय ਹੁੰਦਾ, ਖਾਸ ਕਰਕੇ ਸੋਨੀਪਤ, ਰੋਹਤਕ, ਝੱਜਰ, ਇਹ ਜਿਹੜਾ ਸਾਰੀ ਦੇਸ਼ ਵਾਲੀ ਬੈਲਟ ਦੇ ਵਿੱਚ ਇਸ ਦਾ ਬਹੁਤ ਵੱਡਾ ਜਿਹੜਾ ਨਾਂ ਹੁੰਦਾ ਹੈ, ਉਸ ਵੱਲੋਂ ਇਹ ਵਾਰਦਾਤ ਅੰਜਾਮ ਦਿੱਤੀ ਗਈ ਹੁੰਦੀ ਹੈ। ਸੋ 2020 ਦੇ ਵਿੱਚ ਜਦੋਂ ਇਹ ਪੂਰੀ ਘਟਨਾ ਹੁੰਦੀ ਹੈ ਉਸ ਤੋਂ ਬਾਅਦ ਇੱਕ ਦਿਨ ਬਾਅਦ ਹੀ ਉਹ ਜਿਹੜੇ ਸ਼ਾਰਪ ਸ਼ੂਟਰ ਨੇ ਉਹਨਾਂ ਨੂੰ ਕਾਬੂ ਕਰ ਲਿਆ ਜਾਂਦਾ। ਉਹਨਾਂ ਵਿੱਚੋਂ 2 ਸ਼ਾਰਪ ਸ਼ੂਟਰ ਹੈ ਰਾਜਸਥਾਨ ਤੋਂ ਫੜ ਲਏ ਜਾਂਦੇ ਨੇ, ਕਿਉਂਕਿ ਉਸ ਦੇ ਵਿੱਚ ਵੀ ਗੜਬੜ ਹੋ ਗਈ ਹੁੰਦੀ ਹੈ। ਜਿਹੜੇ ਮੋਟਰਸਾਈਕਲ ਜਿਸ ਉੱਤੇ ਵਾਰਦਾਤ ਨੂੰ ਅੰਜਾਮ ਦਿੱਤੀ ਗਈ ਹੁੰਦੀ ਹੈ ਤੇ ਜਿਹੜਾ ਅਸਲਾ ਹੁੰਦਾ ਹੈ ਉਹ ਬਹੁਤ ਛੇਤੀ ਪੁਲਿਸ ਦੇ ਕਾਬੂ ਆ ਜਾਂਦਾ ਹੈ। ਸ਼ਾਰਪ ਸ਼ੂਟਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਜਦੋਂ ਮਾਮਲੇ ਦੀ ਤਫਤੀਸ਼ ਹੁੰਦੀ ਹੈ ਤਾਂ ਤਾਰ ਲਾਰੈਂਸ ਬਿਸ਼ਨੋਈ ਨਾਲ ਜੁੜਦੇ ਨੇ ਤੇ ਲਾਰੈਂਸ ਬਿਸ਼ਨੋਈ ਦਾ ਇਹ ਇੱਕ ਮਿਸ਼ਨ ਹੁੰਦਾ ਵੀ ਉਸਨੇ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣਾ ਹੁੰਦਾ। ਸੋ ਉਹ ਜਿਹੜਾ ਬਦਲਾ ਪੂਰਾ ਹੋ ਚੁੱਕਾ ਹੁੰਦਾ, ਲੇਕਿਨ ਇਸ ਦੌਰਾਨ ਲਾਰੈਂਸ ਬਿਸ਼ਨੋਈ ਜਿਹੜਾ ਹੈ ਉਹ ਭਰਤਪੁਰ ਜੇਲ੍ਹ ਦੇ ਵਿੱਚ ਉਸ ਵਕਤ ਸਾਲ 2000 ਦੇ ਵਿੱਚ ਦੱਸਿਆ ਜਾਂਦਾ ਹੈ। ਇਸੇ ਦੌਰਾਨ ਸਾਲ 2000 ਦੇ ਵਿੱਚ ਹੀ 2020 ਦੇ ਵਿੱਚ ਹੀ 2020 ਦੀ ਮੈਂ ਗੱਲ ਕਰ ਰਿਹਾ, ਸਾਲ 2020 ਦੇ ਵਿੱਚ ਹੀ 2 ਹੋਰ ਜਾਂ 3 ਹੋਰ ਐਸੀਆਂ ਘਟਨਾਵਾਂ ਚੰਡੀਗੜ੍ਹ ਵਿੱਚ ਵੀ ਹੋ ਰਹੀਆਂ ਹੁੰਦੀਆਂ ਨੇ। ਇਸ ਤੋਂ ਪਹਿਲਾਂ ਸੋਨੂ ਸ਼ਾਹ ਇੱਕ ਹੋਰ ਚੰਡੀਗੜ੍ਹ ਦੇ ਬੁੜੈਲ ਦੇ ਵਿੱਚ ਇੱਕ ਪ੍ਰਾਪਰਟੀ ਡੀਲਰ ਜੋ ਕਿ ਗੈਂਗਸਟਰ ਵੀ ਸੀ, ਪ੍ਰੋਟੈਕਸ਼ਨ ਦਾ ਕੰਮ ਕਰਿਆ ਕਰਦਾ ਸੀ, ਫਿਰੌਤੀਆਂ ਉਹ ਵੀ ਵਸੂਲਦਾ ਸੀ, ਉਸ ਦਾ ਕਤਲ ਲਾਰੈਂਸ ਬਿਸ਼ਨੋਈ ਦੇ ਗੈਂਗ ਵੱਲੋਂ ਕੀਤਾ ਜਾਂਦਾ ਹੈ, ਜਿਸ ਕੇਸ ਦੇ ਵਿੱਚ ਚੰਡੀਗੜ੍ਹ ਪੁਲਿਸ ਨੇ ਪਹਿਲਾਂ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਕੀਤੀ ਹੁੰਦੀ ਹੈ। 4 ਦਿਨ ਦੇ ਰਿਮਾਂਡ ਤੇ ਉਸ ਨੂੰ ਰੱਖਿਆ ਹੁੰਦਾ ਹੈ। ਲੇਕਿਨ 2020 ਦੇ ਵਿੱਚ ਜਦੋਂ ਕੋਵਿਡ ਚੱਲ ਰਿਹਾ ਹੁੰਦਾ, ਕੋਵਿਡ ਦੇ ਰਿਸਟ੍ਰਿਕਸ਼ਨਸ ਖੁੱਲ੍ਹਦੀਆਂ ਨੇ, 2 ਵਾਰਦਾਤਾਂ ਚੰਡੀਗੜ੍ਹ ਵਿੱਚ ਹੁੰਦੀਆਂ ਨੇ। ਇੱਕ ਸ਼ਰਾਬ ਦੇ ਇੱਕ ਵੱਡੇ ਠੇਕੇਦਾਰ ਅਰਵਿੰਦ ਸਿੰਗਲਾ ਦੇ ਘਰ ਦੇ ਬਾਹਰ ਸੈਕਟਰ 33 ਵਿੱਚ ਗੋਲੀਆਂ ਚੱਲਦੀਆਂ ਨੇ ਤੇ ਸੈਕਟਰ 9 ਦੇ ਵਿੱਚ ਵੀ ਇੱਕ ਬਹੁਤ ਪੌਸ਼ ਲੋਕੈਲਿਟੀ ਦੇ ਵਿੱਚ ਵੀ ਇੱਕ ਠੇਕੇ ਦੇ ਬਾਹਰ ਗੋਲੀਆਂ ਚੱਲਦੀਆਂ ਨੇ, ਜਿਸ ਦੇ ਨਾਲ ਕਿ ਲਾਰੈਂਸ ਬਿਸ਼ਨੋਈ ਨੂੰ ਲਿੰਕ ਕੀਤਾ ਜਾਂਦਾ ਹੈ। ਇਸ ਮਾਮਲੇ ਦੇ ਵਿੱਚ ਤੇ ਡੱਬਵਾਲੀ ਪੁਲਿਸ ਵੱਲੋਂ ਉਹ ਜਿਹੜਾ ਡਬਲ ਮਰਡਰ ਕੇਸ ਹੋਇਆ ਹੁੰਦਾ ਜਿਸ ਵਿੱਚ ਕਿ ਜੈ ਪ੍ਰਕਾਸ਼ ਪੁਨੀਆ ਨੂੰ ਮਾਰਿਆ ਗਿਆ ਹੁੰਦਾ, ਇਹ ਦੋਵੇਂ ਕੇਸਾਂ ਦੇ ਵਿੱਚ ਲਾਰੈਂਸ ਬਿਸ਼ਨੋਈ ਦੀ ਹੁਣ ਟ੍ਰਾਂਜ਼ਿਟ ਰਿਮਾਂਡ ਜਾਂ ਫਿਰ ਉਸਦੇ ਪ੍ਰੋਡਕਸ਼ਨ ਵਾਰੰਟ ਇਹ ਪੁਲਿਸਾਂ ਨੂੰ ਚਾਹੀਦੇ ਹੁੰਦੇ ਨੇ ਕਿ ਚੰਡੀਗੜ੍ਹ ਪੁਲਿਸ ਤੇ ਹਰਿਆਣਾ ਪੁਲਿਸ ਨੂੰ ਡਿਮਾਂਡ ਹੁੰਦੀ ਹੈ ਜਾਂ ਲੋੜ ਹੁੰਦੀ ਹੈ ਲਾਰੈਂਸ ਬਿਸ਼ਨੋਈ ਦੀ। ਲੇਕਿਨ ਇਸ ਵਕਤ ਇੱਕ ਲੜਾਈ ਸ਼ੁਰੂ ਹੁੰਦੀ ਹੈ। ਲਾਰੈਂਸ ਬਿਸ਼ਨੋਈ ਜੋ ਕਿ ਇਸ ਵਕਤ ਭਰਤਪੁਰ ਦੀ ਜੇਲ੍ਹ ਵਿੱਚ ਹੁੰਦਾ, ਉਹ ਰਾਜਸਥਾਨ ਦੀ ਜੇਲ੍ਹ ਛੱਡਣਾ ਨਹੀਂ ਚਾਹ ਰਿਹਾ ਹੁੰਦਾ। ਉਹ ਮੈਂ ਤੁਹਾਨੂੰ ਅਗਲੇ ਐਪੀਸੋਡ ਵਿੱਚ ਦੱਸਾਂਗਾ ਵੀ ਰਾਜਸਥਾਨ ਦੀ ਜੇਲ੍ਹ ਦੇ ਵਿੱਚ ਐਸਾ ਕੀ ਹੈ ਜਿਸ ਦੇ ਕਾਰਨ ਕਿ ਲਾਰੈਂਸ ਬਿਸ਼ਨੋਈ ਦੀ ਤਾਕਤ ਇਹਨਾਂ 5-6 ਸਾਲਾਂ 'ਚ ਲਗਾਤਾਰ ਵਧੀ ਹੈ। ਲੇਕਿਨ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਜ਼ਰੂਰ ਦੱਸਦਾ ਵੀ ਇਹ ਜਿਹੜੀ ਪੂਰੀ ਕੇਸ ਹੈ ਇਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਲੜਿਆ ਗਿਆ। ਹੇਠਲੀ ਅਦਾਲਤ ਦੇ ਵਿੱਚ ਲਾਰੈਂਸ ਬਿਸ਼ਨੋਈ ਵੱਲੋਂ ਇੱਕ ਅਰਜ਼ੀ ਪਾਈ ਜਾਂਦੀ ਹੈ ਜਿਸ ਵਿੱਚ ਕਿ ਉਹ ਇਸ ਚੀਜ਼ ਦਾ ਖਦਸ਼ਾ ਜਤਾਉਂਦਾ ਹੈ। ਉਹਨਾਂ ਦੇ ਨਾਂ ਵਿੱਚ ਤੁਹਾਨੂੰ ਯਾਦ ਹੋਵੇਗਾ ਉੱਤਰ ਪ੍ਰਦੇਸ਼ ਦੇ ਇੱਕ ਬਹੁਤ ਵੱਡਾ ਜਿਹੜਾ ਗੈਂਗਸਟਰ ਸੀ ਵਿਕਾਸ ਦੁਬੇ, ਜਿਸਨੇ ਕਿ ਪੁਲਿਸ ਵਾਲੇ ਲਗਭਗ 7 ਤੋਂ 8 ਜਿਹੜੇ ਪੁਲਿਸ ਵਾਲੇ, ਸ਼ਾਇਦ ਜ਼ਿਆਦਾ ਹੀ ਜਿਹੜੇ ਪੁਲਿਸ ਵਾਲਿਆਂ ਨੂੰ ਸ਼ਰੇਆਮ ਗੋਲੀਆਂ ਮਾਰਤੀਆਂ ਸਨ। ਵਿਕਾਸ ਦੁਬੇ ਦਾ ਦਿਨ ਦਹਾੜੇ ਉਸ ਵਕਤ ਜਦੋਂ ਕਿ ਪੂਰੇ ਮੀਡੀਆ ਦੀ ਗਲੇਅਰ ਦੇ ਵਿੱਚ ਜਾਂ ਮੀਡੀਆ ਦੇ ਕੈਮਰਿਆਂ ਦੀ ਨਿਗਾਹ ਦੇ ਵਿੱਚ ਉਸ ਦਾ ਸਕਾਟ ਜਦੋਂ ਪੁਲਿਸ ਲਿਜਾ ਰਹੀ ਸੀ ਉਸ ਵਕਤ ਐਨਕਾਊਂਟਰ ਕਰਤਾ ਗਿਆ ਸੀਗਾ। ਸੋ ਵਿਕਾਸ ਦੁਬੇ ਦਾ ਹਵਾਲਾ ਦੇ ਕੇ ਲਾਰੈਂਸ ਬਿਸ਼ਨੋਈ ਅਦਾਲਤ ਦੇ ਵਿੱਚ ਅਰਜ਼ੀ ਪਾਉਂਦਾ ਵੀ ਉਹ ਆਪਣੇ ਆਪ ਨੂੰ ਨਾ ਤਾਂ ਚੰਡੀਗੜ੍ਹ, ਨਾ ਪੰਜਾਬ ਤੇ ਨਾ ਹੀ ਹਰਿਆਣਾ, ਇਹ ਤਿੰਨੋਂ ਪੁਲਿਸਾਂ ਦੇ ਕੋਲ ਨਹੀਂ ਲਿਜਾਣਾ ਚਾਹੁੰਦਾ, ਕਿਉਂਕਿ ਉਸ ਨੂੰ ਇਹ ਖਦਸ਼ਾ ਹੁੰਦਾ ਵੀ ਉਸ ਦਾ ਇੱਕ ਫਰਜ਼ੀ ਐਨਕਾਊਂਟਰ ਕਰਕੇ ਵਿਕਾਸ ਦੁਬੇ ਦੀ ਤਰ੍ਹਾਂ ਹੀ ਉਸ ਨੂੰ ਵੀ ਮਾਰ ਮੁਕਾਇਆ ਜਾਏਗਾ। ਇਸ ਅਰਜ਼ੀ ਉੱਤੇ ਜਿਹੜੀ ਪੂਰੀ ਗੱਲਬਾਤ ਹੈ ਉਹ ਹੇਠਲੀ ਅਦਾਲਤ ਵੱਲੋਂ ਲਾਰੈਂਸ ਬਿਸ਼ਨੋਈ ਦੀ ਅਰਜ਼ੀ ਨੂੰ ਰੱਦ ਕਰਤਾ ਜਾਂਦਾ ਹੈ, ਲੇਕਿਨ ਲਾਰੈਂਸ ਬਿਸ਼ਨੋਈ ਹਾਈ ਕੋਰਟ ਪਹੁੰਚ ਜਾਂਦਾ ਹੈ। ਹਾਈ ਕੋਰਟ ਦੀ ਜਿਹੜੀ ਪੈਰਵੀ ਉਹ ਬਹੁਤ ਹੀ ਦਿਲਚਸਪ ਹੈ, ਕਿਉਂਕਿ ਇਹ ਸਮਝ ਵਿੱਚ ਆ ਜਾਂਦਾ ਹੈ ਵੀ 2020 ਤੇ 2021 ਆਉਂਦਿਆਂ ਲਾਰੈਂਸ ਬਿਸ਼ਨੋਈ ਦਾ ਕਦ ਅੰਡਰਵਰਲਡ ਵਿੱਚ ਕੀ ਹੋ ਚੁੱਕਾ ਸੀ। ਲਾਰੈਂਸ ਬਿਸ਼ਨੋਈ ਕਹਿ ਰਿਹਾ ਹੁੰਦਾ ਵੀ ਉਸ ਨੂੰ ਜਾਨ ਨੂੰ ਖਤਰਾ ਹੈ। ਉਹਦੀ ਸਭ ਤੋਂ ਪਹਿਲੀ ਮੰਗ ਹੁੰਦੀ ਹੈ ਵੀ ਮੈਨੂੰ ਹੱਥਕੜੀਆਂ ਪਵਾਈਆਂ ਜਾਣ ਤੇ ਮੈਨੂੰ ਹੱਥਕੜੀਆਂ ਦੇ ਵਿੱਚ ਜੇ ਪੰਜਾਬ ਜਾਂ ਚੰਡੀਗੜ੍ਹ ਪੁਲਿਸ ਵੱਲੋਂ ਜਾਂ ਹਰਿਆਣਾ ਪੁਲਿਸ ਵੱਲੋਂ ਉਸ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਇਆ ਜਾਂਦਾ ਹੈ ਤਾਂ ਹੱਥਕੜੀਆਂ ਦੇ ਵਿੱਚ ਲਿਆਇਆ ਜਾਵੇ ਤਾਂ ਕਿ ਪੁਲਿਸ ਨੂੰ ਕੋਈ ਬਹਾਨਾ ਨਾ ਮਿਲੇ ਵੀ ਉਹ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਉਸ ਦਾ ਐਨਕਾਊਂਟਰ ਹੋ ਗਿਆ। ਸੋ ਅਦਾਲਤ ਇਸ ਚੀਜ਼ ਨੂੰ ਸੀਰੀਅਸਲੀ ਨੋਟ ਵੀ ਕਰਦੀ ਹੈ। ਲੇਕਿਨ ਇਸ ਤੋਂ ਬਾਅਦ ਚੰਡੀਗੜ੍ਹ ਤੇ ਹਰਿਆਣਾ ਪੁਲਿਸ ਤੋਂ ਸ਼ੋਰਿਟੀਜ਼ ਮੰਗੀ ਜਾਂਦੀਆਂ ਨੇ, ਕਿਉਂਕਿ ਚੰਡੀਗੜ੍ਹ ਦੇ ਵਿੱਚ SSP ਜਿਹੜੇ ਕੁਲਦੀਪ ਚਹਿਲ ਆ ਚੁੱਕੇ ਹੁੰਦੇ ਨੇ ਜੋ ਕਿ ਗੈਂਗਸਟਰਾਂ ਦੇ ਕਾਫੀ ਖਿਲਾਫ ਰਹੇ ਨੇ, ਬਹੁਤ ਐਸੇ ਮੁਕਾਬਲੇ ਵੀ ਰਹੇ ਨੇ ਤੇ ਉਹਨਾਂ ਨੂੰ ਕਾਫੀ ਥ੍ਰੈਟ ਪਰਸੈਪਸ਼ਨ ਵੀ ਹਾਈ ਹੈ, ਯਾਨੀ ਕਿ ਉਹ ਹਮੇਸ਼ਾ ਖੁਦ ਉਹਨਾਂ ਨੂੰ ਬਹੁਤ ਜ਼ਿਆਦਾ ਖਤਰਾ ਰਹਿੰਦਾ ਹੈ। ਜਿਹੜਾ ਸਖਤ ਰਵੱਈਆ ਉਹਨਾਂ ਨੇ ਗੈਂਗਸਟਰਾਂ ਦੇ ਖਿਲਾਫ ਅਪਣਾਇਆ ਹੁੰਦਾ, ਲਾਰੈਂਸ ਬਿਸ਼ਨੋਈ ਦੀ ਉਹ ਕਸਟਡੀ ਲੈਣ ਦੇ ਵਿੱਚ ਬਹੁਤ ਜ਼ਿਆਦਾ
इच्छुक ਹੁੰਦੇ ਨੇ। ਹਾਲਾਂਕਿ ਘਟਨਾਵਾਂ ਜਿਹੜੀਆਂ ਹੋਈਆਂ ਹੁੰਦੀਆਂ ਨੇ ਕੰਟਰੈਕਟਰ ਤੇ ਇੱਕ ਠੇਕੇ ਦੇ ਬਾਹਰ ਗੋਲੀ ਹਵਾ ਦੇ ਵਿੱਚ ਗੋਲੀ ਚੱਲੀ ਹੁੰਦੀ ਹੈ, ਲੇਕਿਨ ਹਾਲਾਂਕਿ ਲੋਕ ਵੀ ਕੁਛ ਇਸ ਫੱਟੜ ਹੋਏ ਹੁੰਦੇ ਨੇ, ਲੇਕਿਨ ਕੋਈ ਐਸਾ ਜਾਨੀ ਨੁਕਸਾਨ ਹੋਇਆ ਨਹੀਂ ਹੁੰਦਾ। ਲੇਕਿਨ ਚੰਡੀਗੜ੍ਹ ਪੁਲਿਸ ਆਪਣਾ ਪੂਰਾ ਜ਼ੋਰ ਲਗਾਉਂਦੀ ਹੈ। ਬਾਅਦ ਦੇ ਵਿੱਚ ਇੱਕ ਲਾਰੈਂਸ ਬਿਸ਼ਨੋਈ ਦੇ ਜਿਹੜੇ ਗੈਂਗ ਮੈਂਬਰ ਵੱਲੋਂ ਜਿਹੜੀ ਧਮਕੀ ਹੈ ਕੁਲਦੀਪ ਚਹਿਲ ਐਸਐਸਪੀ ਚੰਡੀਗੜ੍ਹ ਨੂੰ ਦਿੱਤੀ ਵੀ ਜਾਂਦੀ ਹੈ, ਜਿਸ ਵਿੱਚ ਕਿ ਉਹਨਾਂ ਦੀ ਜਿਹੜੀ ਰੜਕ ਹੈਗੀ ਹੈ ਲਾਰੈਂਸ ਬਿਸ਼ਨੋਈ ਨਾਲ, ਉਸ ਦਾ ਹਵਾਲਾ ਦੇ ਕੇ ਉਹਨਾਂ ਨੂੰ ਚੁਣੌਤੀ ਦਿੱਤੀ ਜਾਂਦੀ ਹੈ, ਵੰਗਾਰਿਆ ਜਾਂਦਾ ਹੈ। ਸੋ ਇਹ ਗੱਲਾਂ ਬਾਤਾਂ ਸਾਰੀਆਂ ਹੁੰਦੀਆਂ ਨੇ, ਲੇਕਿਨ ਅਦਾਲਤ ਦੇ ਵਿੱਚ ਬਹੁਤ ਦਿਲਚਸਪ ਘਟਨਾਕ੍ਰਮ ਹੋ ਰਿਹਾ ਹੁੰਦਾ ਹੈ, ਕਿਉਂਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਫਿਰ ਇਹ ਸਵਾਲ ਪੁਲਿਸ ਤੋਂ ਪੁੱਛਦਾ ਵੀ ਤੁਸੀਂ ਕੀ ਪ੍ਰੋਟੈਕਸ਼ਨ ਜਿਹੜੀ ਹੈ ਉਹ ਲਾਰੈਂਸ ਬਿਸ਼ਨੋਈ ਨੂੰ ਦੇ ਸਕਦੇ ਹੋ। ਉਹ ਬਹੁਤ ਇੰਟਰਸਟਿੰਗ ਡਿਟੇਲ ਹੈ ਜੋ ਕਿ ਇੱਕ ਹਲਫਨਾਮੇ ਦੀ ਸ਼ਕਲ ਦੇ ਵਿੱਚ ਚੰਡੀਗੜ੍ਹ ਦੀ ਪੁਲਿਸ ਵੱਲੋਂ ਦਿੱਤੀ ਜਾਂਦੀ ਹੈ, ਜਿਸ ਵਿੱਚ ਕਿ ਦੱਸਿਆ ਜਾਂਦਾ ਹੈ ਵੀ ਇੱਕ ਡੀਐਸਪੀ ਤੇ 2 ਇੰਸਪੈਕਟਰਾਂ ਸਮੇਤ 20 ਜਿਹੜੇ ਬਹੁਤ ਹੈਵੀਲੀ ਆਰਮ ਜਿਹੜੇ ਕਮਾਂਡੋਜ਼ ਹੋਣਗੇ ਉਹਨਾਂ ਨੂੰ ਲਾਰੈਂਸ ਬਿਸ਼ਨੋਈ ਦੀ ਸੁਰੱਖਿਆ ਵਿੱਚ ਲਾਇਆ ਜਾਏਗਾ। ਇਸ ਤੋਂ ਇਲਾਵਾ 2 ਇਨੋਵਾ, 1 ਜਿਪਸੀ ਤੇ 1 ਜਿਹੜੀ ਐਸਕॉर्ट ਵੈਨ ਹੈ, 4 ਗੱਡੀਆਂ ਦਾ ਕਾਫਲਾ ਹੋਏਗਾ, ਜਿਸ ਦੇ ਵਿੱਚ ਕਿ ਲਾਰੈਂਸ ਬਿਸ਼ਨੋਈ ਨੂੰ ਲਿਆਂਦਾ ਜਾਏਗਾ। ਤੁਸੀਂ ਸਮਝ ਸਕਦੇ ਹੋ ਇਸ ਤੋਂ ਪਹਿਲਾਂ ਵੀ ਜਿਹੜਾ ਲਾਰੈਂਸ ਬਿਸ਼ਨੋਈ ਸੀ ਉਹ ਚੰਡੀਗੜ੍ਹ ਵਿੱਚ ਲਿਆਇਆ ਗਿਆ ਸੀ। ਸੋਨੂ ਸ਼ਾਹ ਦੇ ਜਿਹੜੇ ਮਰਡਰ ਕੇਸ ਦੇ ਵਿੱਚ ਉਸ ਨੂੰ ਲਿਆਇਆ ਜਾਂਦਾ, 4 ਦਿਨ ਦੇ ਰਿਮਾਂਡ ਤੇ ਰੱਖਿਆ ਜਾਂਦਾ, ਲੇਕਿਨ ਉਸ ਵਕਤ ਐਡਾ ਹੋ ਹੱਲਾ ਨਹੀਂ ਹੋਇਆ। ਲੇਕਿਨ ਲਾਰੈਂਸ ਬਿਸ਼ਨੋਈ ਨੂੰ ਹੁਣ ਬਹੁਤ ਡਰ ਹੁੰਦਾ ਵੀ ਇਸ ਵਾਰ ਜੇ ਉਹ ਭਰਤਪੁਰ ਜਾਂ ਰਾਜਸਥਾਨ ਤੋਂ ਵਿੱਚੋਂ ਬਾਹਰ ਆ ਜਾਂਦਾ ਤਾਂ ਉਸ ਨੂੰ ਪੁਲਿਸ ਮੁਕਾਬਲੇ ਵਿੱਚ ਖਤਮ ਕਰਤਾ ਜਾਏਗਾ, ਜਿਸ ਦੇ ਚੱਲਦਿਆਂ ਉਸ ਦੀ ਲੜਾਈ ਜਿਹੜੀ ਹੈ ਉਹ ਹੁਣ ਇੱਕ ਕਾਨੂੰਨੀ ਲੜਾਈ ਬਣ ਚੁੱਕੀ ਹੁੰਦੀ ਹੈ ਤੇ ਹਾਈ ਕੋਰਟ ਦੇ ਵਿੱਚ ਇਹ ਕੇਸ ਹੈ ਉਹ ਲੜ ਰਿਹਾ ਹੁੰਦਾ ਲਾਰੈਂਸ ਬਿਸ਼ਨੋਈ। ਇਸ ਦੌਰਾਨ ਚੰਡੀਗੜ੍ਹ ਪੁਲਿਸ ਨੇ ਵੀ ਪੂਰੀ ਆਪਣੀ ਜਿਹੜੀ ਸੁਰੱਖਿਆ ਹੁੰਦੀ ਹੈ, ਈਵਨ ਇੱਥੋਂ ਤੱਕ ਕਿਹਾ ਜਾਂਦਾ ਵੀ ਇੱਕ ਬੁਲੇਟ ਪ੍ਰੂਫ ਵਹੀਕਲ ਤੱਕ ਜਿਹੜਾ ਹੈ ਲਾਰੈਂਸ ਬਿਸ਼ਨੋਈ ਨੂੰ ਪ੍ਰੋਵਾਈਡ ਕਰਾਇਆ ਜਾਏਗਾ ਜਾਂ ਕਰਾਇਆ ਜਾ ਸਕਦਾ ਹੈ। ਸੋ ਇਸ ਕਿਸਮ ਦਾ ਇੱਕ ਅੰਡਰਟੇਕਿੰਗ ਹੈ ਚੰਡੀਗੜ੍ਹ ਪੁਲਿਸ ਵੱਲੋਂ ਦਿੱਤੀ ਜਾਂਦੀ ਹੈ, ਜਿਸ ਤੋਂ ਬਾਅਦ ਕਿ ਹਾਈ ਕੋਰਟ ਮਹਿਸੂਸ ਕਰਦਾ ਹੈ। ਹਾਈ ਕੋਰਟ ਇਸ ਪੂਰੇ ਘਟਨਾਕ੍ਰਮ ਨੂੰ ਵੇਖਦਿਆਂ ਹੋਇਆਂ, ਇਹ ਸਾਰੀਆਂ ਸ਼ਰਤਾਂ ਦੇ ਚੱਲਦਿਆਂ ਹੋਇਆਂ ਲਾਰੈਂਸ ਬਿਸ਼ਨੋਈ ਦੀ ਜਿਹੜੀ ਸੁਰੱਖਿਆ ਦੀ ਨਿੱਜੀ ਜ਼ਿੰਮੇਵਾਰੀ ਹੈ ਉਹ ਪੁਲਿਸ ਅਫਸਰਾਂ ਉੱਤੇ ਪਾ ਦਿੰਦਾ ਹੈ ਜਾਂ ਉਹਨਾਂ ਨੂੰ ਉਸ ਲਈ ਪਾਬੰਦ ਕਰ ਦਿੰਦਾ ਹੈ। ਤੇ ਇਸ ਤੋਂ ਇਲਾਵਾ ਐਸਐਸਪੀ ਚੰਡੀਗੜ੍ਹ ਤੇ ਹੋਰ ਜਿਹੜੇ ਸੰਬੰਧਿਤ ਡੀਐਸਪੀ ਹੁੰਦੇ ਨੇ ਡੱਬਵਾਲੀ ਦੇ, ਜਿਨ੍ਹਾਂ ਨੇ ਕਿ ਇਹ ਜਿਹੜੀਆਂ ਅਰਜ਼ੀਆਂ ਲਾਈਆਂ ਹੁੰਦੀਆਂ ਨੇ ਉਸ ਪ੍ਰੋਡਕਸ਼ਨ ਵਾਰੰਟ ਦੀਆਂ, ਉਹਨਾਂ ਨੂੰ ਇਹ ਤਾਕੀਦ ਕੀਤੀ ਜਾਂਦੀ ਹੈ ਤੇ ਉਹਨਾਂ ਦੇ ਉੱਤੇ ਡੀਆਈਜੀ ਪੱਧਰ ਦੇ ਅਫਸਰਾਂ ਨੂੰ ਹਾਈ ਕੋਰਟ ਮਾਰਕ ਕਰਦਾ ਵੀ ਇਹ ਪੂਰੇ ਜਿਹੜੇ ਟ੍ਰਾਂਸਫਰ ਹੋਏਗੀ ਲਾਰੈਂਸ ਬਿਸ਼ਨੋਈ ਦੀ ਭਰਤਪੁਰ ਜੇਲ੍ਹ ਤੋਂ ਲੈ ਕੇ ਚੰਡੀਗੜ੍ਹ ਜੇਲ੍ਹ ਤੱਕ, ਉਸ ਦੀ ਪੂਰੀ ਸੁਪਰਵਿਜ਼ਨ ਡੀਆਈਜੀ ਚੰਡੀਗੜ੍ਹ ਓਮਵੀਰ ਜਿਹੜੇ ਬਿਸ਼ਨੋਈ ਹੋਣਗੇ ਉਹ ਕਰਨਗੇ ਤੇ ਇਸ ਦੇ ਨਾਲ ਹੀ ਡੀਆਈਜੀ ਹਿਸਾਰ ਕਰਨਗੇ। ਸੋ ਤੁਸੀਂ ਸਮਝ ਸਕਦੇ ਹੋ ਵੀ ਇੱਕ ਗੈਂਗਸਟਰ ਜਿਸ ਦੀ ਕਿ ਇਹ ਗੁਹਾਰ ਹੈ ਵੀ ਉਸ ਨੂੰ ਇੱਕ ਫਰਜ਼ੀ ਮੁਕਾਬਲੇ ਵਿੱਚ ਮਾਰ ਮੁਕਾਇਆ ਜਾ ਸਕਦਾ ਹੈ, ਉਸ ਦੀ ਟ੍ਰਾਂਸਫਰ ਨੂੰ ਲੈ ਕੇ ਕਿੰਨੀ ਜ਼ਿਆਦਾ ਸੁਰੱਖਿਆ, ਕਿੰਨੇ ਜ਼ਿਆਦਾ ਗਾਰਡਸ, ਬੁਲੇਟ ਪ੍ਰੂਫ ਗੱਡੀਆਂ ਤੇ ਇਸ ਤੋਂ ਇਲਾਵਾ ਇੱਕ ਡੀਆਈਜੀ ਪੱਧਰ ਦਾ ਅਫਸਰ ਉਸ ਦੀ ਇਸ ਟ੍ਰਾਂਸਫਰ ਨੂੰ ਮੋਨੀਟਰ ਕਰੇਗਾ। ਇਹ ਹਾਈ ਕੋਰਟ ਦਾ ਫੈਸਲਾ ਹੈ, ਜਿਸ ਤੋਂ ਬਾਅਦ ਕਿ ਲਗਭਗ ਦਸੰਬਰ 2020 ਦੇ ਵਿੱਚ ਇਹ ਫੈਸਲਾ ਆਉਂਦਾ ਹੈ। ਲੇਕਿਨ ਇਸ ਤੋਂ ਵੀ ਜਿਹੜੀ ਦਿਲਚਸਪ ਗੱਲ ਹੁੰਦੀ ਹੈ ਉਹ ਇਹ ਹੁੰਦੀ ਹੈ ਵੀ ਲਾਰੈਂਸ ਬਿਸ਼ਨੋਈ ਇਸ ਫੈਸਲੇ ਦੇ ਖਿਲਾਫ, ਕਿਉਂਕਿ ਹੁਣ ਇਹ ਤੈਅ ਹੋ ਚੁੱਕਾ ਹੁੰਦਾ ਵੀ ਸੁਰੱਖਿਆ ਦੇ ਵਿੱਚ ਉਸ ਨੂੰ ਲੈ ਕੇ ਆਇਆ ਜਾਏਗਾ, ਚੰਡੀਗੜ੍ਹ ਪੁਲਿਸ ਉਸ ਦੀ ਇੰਟੈਰੋਗੇਸ਼ਨ ਕਰੇਗੀ ਜਾਂ ਡੱਬਵਾਲੀ ਦੇ ਉਸ ਡਬਲ ਮਰਡਰ ਕੇਸ ਦੇ ਵਿੱਚ, ਜੈ ਪ੍ਰਕਾਸ਼ ਪੁਨੀਆ ਤੇ ਮੁਕੇਸ਼ ਕੁਮਾਰ ਦੇ ਕੇਸ ਦੇ ਵਿੱਚ ਉਸ ਦੀ ਇੰਟੈਰੋਗੇਸ਼ਨ ਕੀਤੀ ਜਾਏਗੀ ਤਾਂ ਉਸ ਦੀ ਪੂਰੀ ਪੁੱਛਗਿੱਛ ਪੜਤਾਲ ਹੋਣੀ ਹੈ। ਲੇਕਿਨ ਇਸ ਦਾ ਡਰ ਲਾਰੈਂਸ ਬਿਸ਼ਨੋਈ ਨੂੰ ਬਹੁਤ ਜ਼ਿਆਦਾ ਹੁੰਦਾ ਹੈ। ਸੋ ਉਹ ਇਸ ਪੂਰੇ ਕੇਸ ਨੂੰ ਲੈ ਕੇ ਸੁਪਰੀਮ ਕੋਰਟ ਚਲਾ ਜਾਂਦਾ ਹੈ ਐਂਡ ਯੂ ਵੋਂਟ ਬਿਲੀਵ ਇਟ ਕਿ ਫਰਵਰੀ ਦੇ ਵਿੱਚ ਸੁਪਰੀਮ ਕੋਰਟ ਉਸ ਹਾਈ ਕੋਰਟ ਦੇ ਆਰਡਰ ਉੱਤੇ ਸਟੇ ਲਗਾ ਦਿੰਦੀ ਹੈ, ਯਾਨੀ ਕਿ ਉਸ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਕਾਟਾ ਵੱਜ ਜਾਂਦਾ ਹੈ। ਉਹ ਪ੍ਰੋਡਕਸ਼ਨ ਵਾਰੰਟ ਜਿਸ ਦੇ ਤਹਿਤ ਕਿ ਲਿਆ ਕੇ ਇਹਨਾਂ ਵਾਰਦਾਤਾਂ ਦੇ ਵਿੱਚ ਇੱਕ ਡਬਲ ਮਰਡਰ ਕੇਸ ਤੇ ਚੰਡੀਗੜ੍ਹ ਦੀਆਂ ਤਕਰੀਬਨ 4 FIRਾਂ ਹੁੰਦੀਆਂ, ਜਿਨ੍ਹਾਂ ਵਿੱਚੋਂ 2 ਫਾਇਰਿੰਗ ਦੇ ਕੇਸ ਹੁੰਦੇ ਨੇ, 2 ਕੋਈ ਹੋਰ ਕੇਸ ਹੁੰਦੇ ਨੇ, ਉਹਨਾਂ ਦੀ ਜਿਹੜੀ ਪੁੱਛਗਿੱਛ ਹੈ ਉਹ ਅੱਜ ਤੱਕ ਤਰੀ ਦੀ ਤਰੀ ਪਈ ਹੈ। ਸੋ ਇੱਕ ਬਹੁਤ ਵੱਡੇ ਲੈਵਲ ਦੀ ਇੱਕ ਲੀਗਲ ਬੈਟਲ ਜਿਸ ਨੂੰ ਕਿ ਦੇਸ਼ ਦਾ ਇੱਕ ਚੋਟੀ ਦਾ ਨਾਮਚੀਨ ਗੈਂਗਸਟਰ ਸੁਪਰੀਮ ਕੋਰਟ ਤੱਕ ਜਾ ਕੇ ਲੜ ਰਿਹਾ ਹੈ, ਉਹ ਤੁਸੀਂ ਦੇਖ ਪਾ ਰਹੇ ਹੋ। ਤੇ ਇਹ ਸਾਰੇ ਜਿਹੜੇ ਤਾਰ ਪੰਜਾਬ ਤੋਂ ਜੁੜਦੇ ਨੇ, ਅਬੋਹਰ ਦੇ ਨਾਲ ਜੁੜ ਰਹੇ ਨੇ। ਚੰਡੀਗੜ੍ਹ ਉਸ ਦੀ ਇੱਕ ਸ਼ੁਰੂਆਤੀ ਸਟੇਜ ਦੇ ਵਿੱਚ ਆਪਾਂ ਵੀ ਸਟੂਡੈਂਟ ਪੋਲਿਟਿਕਸ ਦੇ ਵਿੱਚ ਜਾਂ ਅਪਰਾਧ ਦੀ ਦੁਨੀਆ ਦੇ ਵਿੱਚ ਜਿਹੜੇ ਪੈਰ ਲਾਰੈਂਸ ਬਿਸ਼ਨੋਈ ਵੱਲੋਂ ਰੱਖੇ ਗਏ ਹੁੰਦੇ ਨੇ, ਉਹ ਚੰਡੀਗੜ੍ਹ ਦੀ ਸਟੂਡੈਂਟ ਪੋਲਿਟਿਕਸ, SOPU ਦੀ ਸਟੂਡੈਂਟ ਪੋਲਿਟਿਕਸ, ਲੇਕਿਨ ਵੇਖਦਿਆਂ ਉਹ ਇੱਕ ਬਹੁਤ ਹੀ ਵੱਡੇ ਗੈਂਗਸਟਰ ਦੇ ਵਿੱਚ ਕਿਵੇਂ ਤਬਦੀਲ ਹੁੰਦਾ ਹੈ। ਤੇ ਬਹੁਤ ਸੇ ਕੇਸਿਸ ਦੇ ਵਿੱਚ, ਮੈਂ ਵੀ ਦੱਸਦਾ ਹਾਂ ਤਕਰੀਬਨ ਅੱਧਾ ਦਰਜਨ ਕੇਸਿਸ ਜਿੰਨੀ ਕਿ ਮੈਂ ਹਲੇ ਤੱਕ ਪੜਤਾਲ ਕਰ ਪਾਇਆ, ਉਹਨਾਂ ਕੇਸਿਸ ਦੇ ਵਿੱਚ ਇਹ ਬਰੀ ਵੀ ਹੋ ਗਿਆ, ਯਾਨੀ ਕਿ ਇਹ ਦੋਸ਼ ਮੁਕਤ ਕਰਤਾ ਗਿਆ। ਸੋ ਇਹ ਇੱਕ ਨੌਜਵਾਨ ਲੀਡਰ ਸੀ, ਇੱਕ ਸਟੂਡੈਂਟ ਲੀਡਰ ਸੀ ਜੋ ਕਿ ਗੁੰਡਾ ਬਦਮਾਸ਼ੀ ਜਾਂ ਇਸ ਕਿਸਮ ਦੀਆਂ ਖੁਰਾਫਾਤੀ ਹਰਕਤਾਂ ਦੇ ਵਿੱਚ ਅੱਗੇ ਹੋਇਆ ਕਰਦਾ ਸੀ। ਲੇਕਿਨ ਉਹ ਆਪਣੇ ਭਰਾ ਦੀ ਮੌਤ ਦੇ ਬਦਲੇ ਦੀ ਜਿਹੜੀ ਘਟਨਾ ਜਾਂ ਉਸ ਤੋਂ ਬਾਅਦ ਇਹਦਾ ਜੇਲ੍ਹ ਤੋੜ ਕੇ ਭੱਜਣਾ, ਬਾਅਦ ਦੇ ਵਿੱਚ ਇਸ ਨੂੰ ਦਿੱਲੀ ਦੇ ਵਿੱਚ ਫੜਿਆ ਜਾਂਦਾ। ਇਹ ਵੀ ਮੈਂ ਤੁਹਾਨੂੰ ਜਾਣਕਾਰੀ ਦੇਵਾਂ ਵੀ ਦਿੱਲੀ ਦੇ ਵਿੱਚ ਜਿਹੜਾ ਆਪਾਂ ਆਮ ਜ਼ਿਕਰ ਕਰ ਚੁੱਕੇ ਹਾਂ ਵੀ ਫੜਿਆ ਦਿੱਲੀ ਦੇ ਵਿੱਚ ਗਿਆ ਤੇ ਇਸ ਦੀ ਜਿਹੜੀ ਗ੍ਰਿਫਤਾਰੀ ਹੈ ਉਸ ਨੂੰ ਦਿਖਾਇਆ ਫਾਜ਼ਿਲਕਾ ਦੇ ਵਿੱਚ ਗਿਆ। ਹਾਲਾਂਕਿ ਇਹ ਡਿਬੇਟੇਬਲ ਪੁਆਇੰਟ ਹੈ, ਐਨੀਬਡੀ ਕੈਨ ਕੁਐਸਚਨ, ਕਿਉਂਕਿ ਪੁਲਿਸ ਦਾ ਵਰਜ਼ਨ ਤਾਂ ਇਹਨੂੰ ਫਾਜ਼ਿਲਕਾ ਦੇ ਨਾਕੇ ਤੋਂ ਗ੍ਰਿਫਤਾਰ ਕੀਤਾ ਗਿਆ, ਆਰਮਜ਼ ਐਕਟ ਉਸ ਉੱਤੇ ਲਾਇਆ ਗਿਆ ਹੈ। ਲੇਕਿਨ ਅਗਲਾ ਭਾਗ ਬਹੁਤ ਇੰਟਰਸਟਿੰਗ ਹੋਣ ਵਾਲਾ ਹੈ, ਕਿਉਂਕਿ ਉਸ ਵਿੱਚ ਮੈਂ ਗੱਲ ਕਰਾਂਗਾ, ਥੋੜ੍ਹਾ ਜਿਹਾ ਮੈਂ ਤੁਹਾਨੂੰ ਜ਼ਿਕਰ ਕਰ ਦਿੰਦਾ, ਕਿਉਂਕਿ ਜਦੋਂ 2015 ਦੇ ਵਿੱਚ ਰਾਜਸਥਾਨ ਪੁਲਿਸ ਇਸ ਨੂੰ ਫੜਿਆ ਜਾਂਦਾ ਹੈ, ਫਾਜ਼ਿਲਕਾ ਪੁਲਿਸ ਇਸ ਨੂੰ ਫੜ ਲੈਂਦੀ ਹੈ, ਲੇਕਿਨ ਉਸ ਤੋਂ ਬਾਅਦ ਰਾਜਸਥਾਨ ਪੁਲਿਸ ਇੱਕ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਕੇਸ ਦੇ ਵਿੱਚ, ਕਿਉਂਕਿ ਉਸ ਵਕਤ ਤੱਕ ਇਸ ਦੇ ਖਿਲਾਫ ਰਾਜਸਥਾਨ ਦੇ ਵਿੱਚ ਵੀ ਕਈ ਕੇਸ ਰਜਿਸਟਰ ਹੋ ਚੁੱਕੇ ਹੁੰਦੇ ਨੇ, ਇਹਨਾਂ ਨੂੰ ਉਹਨਾਂ ਕੇਸਾਂ ਦੇ ਵਿੱਚ ਲਿਜਾਇਆ ਜਾਂਦਾ ਰਾਜਸਥਾਨ ਦੀਆਂ ਜੇਲ੍ਹਾਂ ਦੇ ਵਿੱਚ। ਤੇ ਉਹ ਸਮਾਂ ਹੁੰਦਾ ਜਦੋਂ ਕਿ ਡੀਡਵਾਂ ਦਾ ਆਨੰਦਪਾਲ ਸਿੰਘ ਇੱਕ ਬਹੁਤ ਵੱਡਾ ਤੇ ਖੂੰਖਾਰ ਗੈਂਗਸਟਰ ਹੈ, ਜਿਸ ਦੀ ਉਸ ਵਕਤ ਮੌਤ ਹੋ ਚੁੱਕੀ ਹੁੰਦੀ ਹੈ। ਉਸ ਦੀ ਬਹੁਤ ਤੂਤੀ ਬੋਲਿਆ ਕਰਦੀ ਸੀ, ਆਪਣੇ ਇਲਾਕੇ ਦਾ ਬਹੁਤ ਹੀ ਵੱਡਾ
ਨਾਮੀ ਗੈਂਗਸਟਰ ਮੰਨਿਆ ਗਿਆ ਹੈ, ਰਾਜਸਥਾਨ ਦਾ ਬਹੁਤ ਵੱਡਾ ਗੈਂਗਸਟਰ ਮੰਨਿਆ ਗਿਆ ਹੈ, ਉसी ਏਰੀਏ 'ਚ ਆਪਰੇਟ ਕੀਤਾ ਹੈ। ਤਾਂ ਆਨੰਦਪਾਲ ਜਿਹੜਾ ਡੀਡਵਾਂ ਹੁੰਦਾ ਹੈ, ਉਸ ਦੇ ਜਿਹੜੇ ਭਰਾ ਤੇ ਉਸ ਦੇ ਜਿਹੜੇ ਸਾਥੀ ਹੁੰਦੇ ਨੇ, ਉਹ ਉਸ ਵਕਤ ਭਰਤਪੁਰ ਜਾਂ ਰਾਜਸਥਾਨ ਦੀਆਂ ਹੋਰ ਜੇਲ੍ਹਾਂ ਦੇ ਵਿੱਚ ਲਾਰੈਂਸ ਬਿਸ਼ਨੋਈ ਨੂੰ ਮਿਲਦੇ ਨੇ। ਤੇ ਉਸ ਵਕਤ ਇੱਕ ਐਸੀ ਇੱਕ ਸੰਗਠਨ ਬਣਦਾ ਇਹਨਾਂ ਦਾ, ਅਪਰਾਧ ਦਾ ਉਹ ਸੰਗਠਨ, ਅਪਰਾਧ ਦਾ ਉਹ ਨੈਕਸਸ ਬਣਦਾ ਹੈ। ਫਿਰ ਉਸ ਜੇਲ੍ਹ ਦੇ ਵਿੱਚੋਂ ਕੀ ਕੁਝ ਹੁੰਦਾ ਹੈ, ਫਿਰ ਉਸ ਜੇਲ੍ਹ ਦੇ ਵਿੱਚੋਂ ਇੱਕ ਐਸਾ ਕੰਮ ਸ਼ੁਰੂ ਹੁੰਦਾ ਹੈ, ਇੱਕ ਐਸਾ ਕਾਰੋਬਾਰ ਸ਼ੁਰੂ ਹੁੰਦਾ ਹੈ, ਤੇ ਉਸ ਜੇਲ੍ਹ ਤੋਂ ਫਿਰ ਐਸੀਆਂ ਵਾਰਦਾਤਾਂ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ। ਜੇਲ੍ਹਾਂ ਦੇ ਵਿੱਚ ਬੈਠ ਕੇ ਹੀ ਬਹੁਤ ਕੁਝ ਕਰਤਾ ਜਾਂਦਾ ਹੈ, ਜਿਸ ਤੋਂ ਬਾਅਦ ਕਿ 2020 ਤੇ 2021 ਆਉਂਦਿਆਂ ਦੇਸ਼ ਦੀ ਹਰ ਵੱਡੀ ਉੱਤਰ ਭਾਰਤ ਦੇ ਸਰਕਟ ਦੇ ਵਿੱਚ, ਦਿੱਲੀ NCR ਕੌਮੀ ਰਾਜਧਾਨੀ ਦੇ ਸਰਕਟ ਦੇ ਵਿੱਚ ਹੋਣ ਵਾਲੀ ਕਿਸੇ ਵੀ ਵੱਡੀ ਵਾਰਦਾਤ ਤੋਂ ਬਾਅਦ ਸਭ ਤੋਂ ਪਹਿਲੀ ਪਾਲ ਲਾਰੈਂਸ ਬਿਸ਼ਨੋਈ ਦੀ ਕੀਤੀ ਜਾਂਦੀ ਹੈ। ਕਿਸੇ ਵੀ ਮਾਮਲੇ ਦੇ ਨਾਲ ਲਾਰੈਂਸ ਬਿਸ਼ਨੋਈ ਦੇ ਤਾਰ ਕਿਵੇਂ ਜੁੜਦੇ ਨੇ ਜਾਂ ਕਿਵੇਂ ਜੁੜ ਸਕਦੇ ਨੇ। ਬਹੁਤ ਸੇ ਐਸੇ ਕੇਸਿਸ ਵੀ ਹੈਗੇ ਨੇ ਜਿਨ੍ਹਾਂ ਦੇ ਵਿੱਚ ਕਿ ਕੋਈ ਹੋਰ ਗੈਂਗਸਟਰ ਫੜੇ, ਕਿਤੋਂ ਵੀ ਕੋਈ ਵੀ ਹੋਰ ਰਿਕਵਰੀ ਹੋਈ, ਕੋਈ ਡਿਸਕਲੋਜ਼ਰ ਸਟੇਟਮੈਂਟ ਹੋਈ, ਕੋਈ ਹਥਿਆਰ ਬਰਾਮਦ ਹੋਇਆ, ਤੇ ਉਸ ਤੋਂ ਬਾਅਦ ਕੇਸ ਦੇ ਵਿੱਚ ਲਾਰੈਂਸ ਬਿਸ਼ਨੋਈ ਦਾ ਨਾਂ ਕ੍ਰੌਪ ਕਰਤਾ ਗਿਆ। ਇੱਕ ਕੇਸ ਦਾ ਜ਼ਿਕਰ ਮੈਂ ਜਾਂਦੇ ਜਾਂਦੇ ਕਰ ਹੀ ਦਿੰਦਾ ਵੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਲਾਰੈਂਸ ਬਿਸ਼ਨੋਈ ਦੇ ਸੰਦਰਭ ਵਿੱਚ ਇੱਕ ਫੈਸਲਾ ਸੁਣਾਇਆ ਗਿਆ ਸੀ, ਕਿਉਂਕਿ ਜਿਹੜੇ ਵਕੀਲ ਸਾਹਿਬ ਹੈਗੇ ਨੇ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਸੀ। ਉਹ ਇੱਕ ਐਸਾ ਕੇਸ ਸੀ ਜਦੋਂ ਕਿ ਬੇਲ ਨਹੀਂ ਮਿਲ ਰਹੀ ਸੀ, ਤੇ ਇਸ ਚੀਜ਼ ਦੀ ਜ਼ਰਾ ਕਰ ਰਿਹਾ ਸੀ। ਲਾਰੈਂਸ ਬਿਸ਼ਨੋਈ ਦਾ ਪੱਖ ਇਹ ਕਹਿ ਰਿਹਾ ਸੀ ਵੀ 2015 ਤੋਂ ਲੈ ਕੇ ਮੈਨੂੰ ਤਕਰੀਬਨ 5 ਸਾਲ ਉਸ ਵਕਤ ਤੱਕ ਹੋ ਚੁੱਕੇ ਸੀ, ਜੇਲ੍ਹ ਦੇ ਵਿੱਚ ਮੈਂ ਹਾਂ, ਕੋਈ ਵੀ ਵੱਡੇ ਜਿਹੜੇ ਕੇਸ ਮੇਰੇ ਤੇ ਨਹੀਂ ਹੈਗੇ ਨੇ। 2020 ਤੇ 2021 ਦੇ ਜੇ ਆਪਾਂ ਕੇਸਾਂ ਨੂੰ ਛੱਡ ਦਈਏ, ਕਿਉਂਕਿ ਕਈ ਵਾਰਦਾਤਾਂ ਦਾ ਤਕਰੀਬਨ 1.5-2 ਸਾਲਾਂ ਦੇ ਵਿੱਚ ਬਹੁਤ ਵੱਡੀਆਂ ਹੋ ਗਈਆਂ, ਲੇਕਿਨ ਉਸ ਵਕਤ ਤੱਕ ਇਹ ਚੀਜ਼ ਕਹੀ ਜਾਂਦੀ ਹੈ ਲਾਰੈਂਸ ਬਿਸ਼ਨੋਈ ਵੱਲੋਂ ਵੀ ਉਹ ਕੋਈ ਵੱਡੀ ਵਾਰਦਾਤ ਦੇ ਵਿੱਚ ਸ਼ਾਮਲ ਨਹੀਂ ਸੀ, ਉਹਨੂੰ ਬੇਲ ਦਿੱਤੀ ਜਾਵੇ। ਇਸ ਦੌਰਾਨ ਕਿਉਂਕਿ ਇੱਕ ਤੋਂ ਬਾਅਦ ਇੱਕ ਕੇਸ, ਨਵੇਂ ਤੇ ਨਵੇਂ ਜਿਹੜੇ ਕੇਸ ਹੈ ਲਾਰੈਂਸ ਬਿਸ਼ਨੋਈ ਦੇ ਖਿਲਾਫ ਬਣਦੇ ਚਲੇ ਜਾ ਰਹੇ ਸਨ, ਉਹਨੂੰ ਮੌਕਾ ਹੀ ਨਹੀਂ ਮਿਲਿਆ ਬਾਹਰ ਨਿਕਲਣ ਦਾ, ਜੇਲ੍ਹ ਤੋਂ ਬੇਲ ਮਿਲਣ ਦਾ ਕੋਈ ਵੀ ਸਬਬ ਉਸ ਲਈ ਨਹੀਂ ਪੈਦਾ ਹੋ ਰਿਹਾ ਸੀ। ਤਾਂ ਹਾਈ ਕੋਰਟ ਦੀ ਇੱਕ ਪੇਸ਼ੀ ਦੇ ਦੌਰਾਨ ਉਸਦੇ ਵਕੀਲ ਜਦੋਂ ਜਿਰਾ ਕਰ ਰਹੇ ਸੀ, ਤੇ ਜਸਟਿਸ MMS ਬੇਦੀ ਜਿਹੜੇ ਸਨ, ਉਹਨਾਂ ਨੇ ਟਾਈਮ ਬਾਉਂਡ ਕਰਤਾ ਸੀ ਵੀ ਜਾਂ ਤਾਂ ਲਾਰੈਂਸ ਬਿਸ਼ਨੋਈ ਨੂੰ ਇਹ ਕੇਸਾਂ ਦੇ ਵਿੱਚ ਸਜ਼ਾ ਸੁਣਾਤੀ ਜਾਵੇ, ਕਨਵਿਕਟ ਕਰਤਾ ਜਾਵੇ, ਜਾਂ ਫਿਰ ਇਸ ਨੂੰ ਛੱਡਤਾ ਜਾਵੇ, ਜਾਂ ਫਿਰ ਇਸ ਨੂੰ ਅਦਾਲਤ ਬੇਲ ਦੇ ਦੇਗੀ। ਸੋ 2 ਮਹੀਨੇ ਤੱਕ ਸਮਾਂ ਜਿਹੜਾ ਸੀ ਹਾਈ ਕੋਰਟ ਨੇ ਦਿੱਤਾ ਸੀ ਸੰਬੰਧਿਤ ਜਿਹੜੇ ਵੀ ਸੂਬੇ ਦੀਆਂ ਸਰਕਾਰਾਂ ਸਨ ਜਾਂ ਸੂਬੇ ਦੇ ਜਿਹੜਾ ਲੀਗਲ ਡਿਪਾਰਟਮੈਂਟ ਸੀ, ਵੀ ਤੁਸੀਂ 2 ਮਹੀਨਿਆਂ ਦੇ ਵਿੱਚ ਟਾਈਮ ਬਾਉਂਡ ਕਰਕੇ ਇਹਦੇ ਸਾਰੇ ਕੇਸਿਸ ਨੂੰ ਜਾਂ ਤਾਂ ਨਿਪਟਾਓ, ਖਤਮ ਕਰੋ, ਨਹੀਂ ਤਾਂ ਫਿਰ ਇਸ ਨੂੰ ਬੇਲ ਦਿਓ। ਲੇਕਿਨ ਉਸ ਤੋਂ ਬਾਅਦ 2 ਮਹੀਨੇ ਦੀ ਜਿਹੜਾ ਵਕਫਾ ਸੀ ਉਸ ਨੂੰ ਪੂਰਾ ਹੋਣ ਤੋਂ ਪਹਿਲਾਂ ਹੀ ਕੁਝ ਹੋਰ ਵਾਰਦਾਤਾਂ ਕਿਤੇ ਹੋ ਗਈਆਂ, ਜਿਸ ਦੇ ਵਿੱਚ ਕਿ ਫਿਰ ਲਾਰੈਂਸ ਬਿਸ਼ਨੋਈ ਦਾ ਨਾਂ ਆ ਗਿਆ, ਤੇ ਉਹ ਜਿਹੜਾ ਪੂਰਾ ਕੇਸ ਲਾਰੈਂਸ ਬਿਸ਼ਨੋਈ ਦਾ ਬਣਿਆ ਬਣਾਇਆ ਸੀ ਉਹ ਫਿਰ ਡਾਇਲੂਟ ਹੋ ਗਿਆ, ਯਾਨੀ ਕਿ ਉਸ ਦੇ ਪੱਖ ਨੂੰ ਫਿਰ ਝਟਕਾ ਵੱਜਾ। ਸੋ ਲਾਰੈਂਸ ਬਿਸ਼ਨੋਈ ਇੱਕ ਬਹੁਤ ਵੱਡਾ ਗੈਂਗਸਟਰ ਹੈ ਤੇ ਪੂਰੇ ਦੇਸ਼ ਦੇ ਵਿੱਚ ਉਹਦੀ ਤੂਤੀ ਬੋਲਦੀ ਹੈ। ਕਾਲਾ ਜਠੇੜੀ ਜਿਹੜਾ ਕਿ 2 ਦਿਨ ਪਹਿਲਾਂ ਆਪਣੀ ਇੱਕ ਹੋਰ ਮਹਿਲਾ ਡੌਨ ਜਿਸ ਨੂੰ ਕਿਹਾ ਜਾਂਦਾ ਹੈ ਅਨੁਰਾਧਾ ਚੌਧਰੀ, ਉਸ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਉਹ ਬਹੁਤ ਹੀ ਖਾਸਮ ਖਾਸ ਸੀ, ਲਾਰੈਂਸ ਬਿਸ਼ਨੋਈ ਦੇ ਨਾਲ ਚੱਲ ਕੇ ਤੁਰਦਾ ਸੀ। ਦੋਵਾਂ ਦੇ ਜਿਹੜੇ ਗੁੱਟ ਹੈਗੇ ਨੇ ਇਕੱਠੇ ਮਿਲ ਕੇ ਵਾਰਦਾਤਾਂ ਕਰਦੇ ਨੇ। ਬੇਸ਼ੱਕ ਪੰਜਾਬ ਦੇ ਵਿੱਚ ਲਾਰੈਂਸ ਬਿਸ਼ਨੋਈ ਦਾ ਹਾਲੇ ਓਡਾ ਵੱਡਾ ਫੁੱਟਪ੍ਰਿੰਟ ਨਹੀਂ ਹੈ ਉਸ ਦੀ ਅਪਰਾਧਿਕ ਘਟਨਾਵਾਂ ਦਾ, ਕਿਉਂਕਿ ਉਹਦਾ ਵੱਡਾ ਫੁੱਟਪ੍ਰਿੰਟ ਹੈ ਰਾਜਸਥਾਨ ਦੇ ਵਿੱਚ, ਹਰਿਆਣਾ, ਰਾਜਸਥਾਨ ਤੇ NCR ਦਿੱਲੀ ਦੇ ਇਲਾਕੇ ਦੇ ਵਿੱਚ। ਲੇਕਿਨ ਪੰਜਾਬ ਦੇ ਵਿੱਚ ਵੀ ਆਫ ਲੇਟ ਲਾਰੈਂਸ ਬਿਸ਼ਨੋਈ ਗੈਂਗ ਦੀ ਗਤੀਵਿਧੀਆਂ ਵਧੀਆਂ ਹੈਗੀਆਂ ਨੇ। ਉਹ ਜਿਹੜਾ ਪੂਰਾ ਗੁਰਲਾਲ ਬਰਾੜ ਦਾ ਕਿਵੇਂ, ਜੋ ਕਿ ਲਾਰੈਂਸ ਬਿਸ਼ਨੋਈ ਦਾ ਖਾਸਮ ਖਾਸ ਸੀ, ਉਸ ਦਾ ਮਰਡਰ ਚੰਡੀਗੜ੍ਹ ਵਿੱਚ ਕੀਤਾ ਜਾਂਦਾ ਹੈ। ਉਸ ਦੇ ਬਦਲੇ ਵਜੋਂ ਫਿਰ ਗੁਰਲਾਲ ਭਲਵਾਨ ਦੀ ਜਿਹੜੀ ਹੈ ਉਸ ਦੀ ਹੱਤਿਆ ਕਰਤੀ ਜਾਂਦੀ ਹੈ ਫਰੀਦਕੋਟ ਦੇ ਵਿੱਚ। ਅੰਕਿਤ ਭਾਦੂ ਜਿਹੜਾ ਹੈ ਉਸ ਦੀ ਟਿਪ ਆਫ ਕਿਵੇਂ ਦਿੱਤੀ ਗਈ, ਉਹ ਅੰਕਿਤ ਭਾਦੂ ਜਿਹੜਾ ਹੈ ਲਾਰੈਂਸ ਬਿਸ਼ਨੋਈ ਦਾ ਬੰਦਾ ਮੰਨਿਆ ਜਾਂਦਾ ਸੀ। ਇਹ तमाम ਗੱਲਾਂ ਬਾਤਾਂ ਬਹੁਤ ਸੀ ਸੀਰੀਜ਼ ਜੁੜਦੀਆਂ, ਤੇ ਜੈਪਾਲ ਭੁੱਲਰ ਤੇ ਦਵਿੰਦਰ ਬੰਬੀਹਾ ਗਰੁੱਪ ਤੇ ਲਾਰੈਂਸ ਗਰੁੱਪ ਦਾ 36 ਦਾ ਆંકੜਾ ਕਿਉਂ ਤੇ ਕਿਵੇਂ ਰਿਹਾ ਹੈ। ਇੱਕ ਜਿਹੜਾ ਬੋਨ ਆਫ ਕੰਟੈਂਸ਼ਨ ਰੰਮੀ ਮਸ਼ਾਨਾ ਨੂੰ ਆਇਡੈਂਟੀਫਾਈ ਕੀਤਾ ਗਿਆ, ਕਿਉਂਕਿ ਰੰਮੀ ਮਸ਼ਾਨਾ ਉਸ ਗੁੱਟ ਦੇ ਵਿੱਚ ਸ਼ਾਮਲ ਸੀ। ਰੜਕ ਉਹ ਰਹਿ ਸਕਦੀ, ਹਾਲਾਂਕਿ ਅੰਦਰਲੀਆਂ ਗੱਲਾਂ ਨੇ ਤਾਂ ਗੈਂਗਸਟਰਾਂ ਦੀ ਗੱਲਾਂ ਗੈਂਗਸਟਰ ਜਾਣਨ, ਲੇਕਿਨ ਜਿੰਨੀਆਂ ਚੀਜ਼ਾਂ ਕਾਗਜ਼ਾਂ ਤੇ ਦਿਖਦੀਆਂ ਨੇ, ਰਿਕਾਰਡ ਤੇ ਬੋਲਦੀਆਂ ਨੇ, ਜਾਂ ਜੋ ਵੀ ਚੀਜ਼ਾਂ ਵੈਰੀਫਾਈ ਕੀਤੀਆਂ ਜਾ ਸਕਦੀਆਂ ਨੇ, ਉਹਨਾਂ ਨੂੰ ਥੋੜੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਹੁੰਦੀ ਹੈ। ਸੋ ਇਹ ਭਾਗ ਪਹਿਲਾ ਸੀ। ਭਾਗ ਪਹਿਲੇ ਦੇ ਵਿੱਚ ਇੰਨਾ ਹੀ। 2015 ਤੋਂ ਲੈ ਕੇ 2021 ਯਾਨੀ ਅੱਜ ਤੱਕ ਕਿਵੇਂ ਇੱਕ ਯੂਨੀਵਰਸਿਟੀ ਦਾ ਇੱਕ ਨੌਜਵਾਨ ਜੋ ਕਿ ਅਪਰਾਧਿਕ ਗਤੀਵਿਧੀਆਂ ਵਿੱਚ ਆ ਤਾਂ ਚੁੱਕਾ ਸੀ, ਲੇਕਿਨ ਦੇਸ਼ ਦਾ ਸਭ ਤੋਂ ਨਾਮਚੀਨ ਗੈਂਗਸਟਰ ਬਣ ਗਿਆ। ਉਹ ਵਾਰਦਾਤਾਂ ਕੀ ਸਨ, ਰਾਜਸਥਾਨ ਦੀ ਕੀ ਹਿਸਟਰੀ ਸੀ, NCR ਦੇ ਵਿੱਚ ਛਤਰਸਾਲ ਸਟੇਡੀਅਮ ਦੇ ਵਿੱਚ ਕਿਵੇਂ ਲਾਰੈਂਸ ਬਿਸ਼ਨੋਈ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਪੁੱਛਗਿੱਛ ਕੀਤੀ ਗਈ, ਕਿਉਂ ਕੀਤੀ ਗਈ, ਤੇ ਪੰਜਾਬ ਦੇ ਵਿੱਚ ਜਿਹੜੀ ਗੈਂਗ ਵਾਰ ਚੱਲਦੀ ਪਈ ਜੈਪਾਲ ਭੁੱਲਰ ਦੀ ਮੌਤ ਤੱਕ, ਜਾਂ ਫਿਰ ਸ਼ਾਇਦ ਅਜੇ ਵੀ ਜਾਰੀ ਹੈ। ਇਹ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ। ਇਜਾਜ਼ਤ ਦਿਓ, ਬਹੁਤ ਬਹੁਤ ਧੰਨਵਾਦ। ਅਗਲੇ ਹਿੱਸੇ ਦਾ ਇੰਤਜ਼ਾਰ ਕਰੋ।